जय गुरु जी। तो जब हम वहां जलंधर भी जाते थे, वहां एक शब्द लगाते थे, गुरु जी के लगे हुंदा सी, बिन भागा सतसंग ना लभे, मिल संगत मैल भरीजे जियो। सो कर्मां तो बिना ਇਹ ਸਤਸੰਗ ਨਹੀਂ ਮਿਲਦੇ ਹੈਗੇ। ਆਪਾਂ ਸਾਰੀ ਸੰਗਤ ਬੜੇ ਭਾਗਾਂ ਵਾਲੇ ਆ ਜੋ ਇਸ ਸਤਸੰਗ ਦੇ ਵਿੱਚ ਜੁੜ ਬੈਠਦੇ ਆ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਸ਼ੁਰੂ ਤੋਂ ਵੀ ਗੁਰੂ ਜੀ ਨਾਲ ਸਾਡਾ ਕਿਸ ਤਰ੍ਹਾਂ ਮਿਲਾਪ ਹੋਇਆ, ਕਿਸ ਤਰ੍ਹਾਂ ਉਹਨਾਂ ਦੀਆਂ ਖੇਡਾਂ ਚੱਲਦੀਆਂ ਰਹੀਆਂ। ਕਿਉਂਕਿ ਉਦੋਂ ਤਾਂ ਅਸੀਂ ਵੀ ਉਹਨਾਂ ਨੂੰ ਇੰਨਾ ਸਮਝ ਨਹੀਂ ਸੀ ਸਕਦੇ ਵੀ ਉਹ ਕਿੱਥੇ ਤੱਕ ਪਹੁੰਚ ਜਾਣਗੇ, ਪਰ ਉਹ ਹੌਲੀ ਹੌਲੀ ਟਾਈਮ ਦੇ ਨਾਲ ਸਾਨੂੰ ਕਿਹਾ ਕਰਦੇ ਸੀ ਕਿ ਤੁਸੀਂ ਮੈਨੂੰ ਤਾਰਿਆਂ ਵਿੱਚੋਂ ਲੱਭਿਆ ਕਰੋਗੇ, ਵੀ ਹੁਣ ਤੁਸੀਂ ਭਾਗਾਂ ਵਾਲੇ ਹੋ, ਮੇਰੇ ਕੋਲ ਬੈਠੋ, ਜਾਓ ਨਾ ਇੱਥੋਂ। ਸੋ ਹੋਇਆ ਕਿ ਵੀ ਮੇਰੇ ਹਸਬੈਂਡ ਪੰਨੂ ਅੰਕਲ ਮਲੇਰਕੋਟਲਾ ਗਵਰਨਮੈਂਟ ਕਾਲਜ ਐਜ਼ ਏ ਪਾਰਟ ਟਾਈਮ ਲੈਕਚਰਰ ਜੁਆਇਨ ਕੀਤਾ ਇਹਨਾਂ ਨੇ 67 ਦੇ ਵਿੱਚ। ਗੁਰੂ ਜੀ ਉਸ ਟਾਈਮ BA ਸੈਕੰਡ ਈਅਰ ਚ ਪੜ੍ਹਦੇ ਸੀ ਤੇ ਇਹ ਪੋਲੀਟੀਕਲ ਸਾਇੰਸ ਦੇ ਲੈਕਚਰਰ ਸੀ। ਐਸੇ ਤਰ੍ਹਾਂ ਇੱਕ ਦਿਨ ਕਲਾਸ ਚ ਲੈਕਚਰ ਦੇ ਰਹੇ ਸੀ, ਦੋ ਸਟੂਡੈਂਟਸ ਬੈਠੇ ਗੱਲਾਂ ਕਰ ਰਹੇ ਸੀ। ਇਹਨਾਂ ਨੇ ਲੈਕਚਰ ਖਤਮ ਹੋਇਆ, ਸਟੂਡੈਂਟਸ ਨੂੰ ਖੜੇ ਕਰ ਲਿਆ ਵੀ ਦੱਸੋ ਮੈਂ ਕੀ ਪੜ੍ਹਾਇਆ। ਹੁਣ ਉਹ ਗੱਲਾਂ 'ਚ ਧਿਆਨ ਸੀ, ਉਹਨਾਂ ਨੂੰ ਕੁਝ ਵੀ ਨਾ ਪਤਾ ਲੱਗਿਆ ਤਾਂ ਇਹ ਕਹਿੰਦੇ ਓਕੇ, ਗਾਹਾਂ ਵਾਸਤੇ ਜੇ ਗੱਲਾਂ ਕਰਨੀਆਂ ਹੁੰਦੀਆਂ ਕਲਾਸ ਤੋਂ ਬਾਹਰ ਚਲ ਜਾਇਆ ਕਰੋ ਤੇ ਕਲਾਸ ਦੇ ਵਿੱਚ ਧਿਆਨ ਰੱਖਿਆ ਕਰੋ। ਪੀਰੀਅਡ ਓਵਰ ਹੋ ਗਿਆ, ਬਾਹਰ ਆ ਗਏ ਤੇ ਗੁਰੂ ਜੀ ਇਹਨਾਂ ਦੇ ਮਗਰ ਆ ਗਏ, ਪਰ ਜਿਹੜੇ ਉਹ ਲੜਕੇ ਗੱਲਾਂ ਕਰਦੇ ਸੀ ਉਹ ਕੋਈ ਦੋ ਹੋਰ ਸੀ। ਗੁਰੂ ਜੀ ਇਹਨਾਂ ਨੂੰ ਆ ਕੇ ਕਹਿੰਦੇ, ਪ੍ਰੋਫੈਸਰ ਮੇਰੀ ਗੱਲ ਸੁਣ, ਮੇਰੇ ਤੋਂ ਕੁਐਸਚਨ ਨਾ ਪੁੱਛ ਲਈ ਕਲਾਸ 'ਚ, ਮੈਂ ਜਵਾਬ ਨਹੀਂ ਦੇਣਾ, ਫਿਰ ਇਹ ਨਾ ਸੋਚਣਾ ਕਿ ਮੇਰੀ ਬੇਇੱਜ਼ਤੀ ਹੋ ਗਈ। ਹੁਣ ਯੂ ਨੋ ਕਿ ਇਹ ਵੀ ਨਵੇਂ ਫਸਟ ਅਪਾਇੰਟਮੈਂਟ ਸੀ, ਯੰਗ ਬਲੱਡ ਬੜੇ ਹੈਰਾਨ ਜਿਹੇ ਹੋਏ ਵੀ ਇੱਕ ਸਟੂਡੈਂਟ ਆ ਕੇ ਮੈਨੂੰ ਇਸ ਤਰ੍ਹਾਂ ਕਹਿ ਗਿਆ। ਇਹ ਲਾਇਬ੍ਰੇਰੀ ਉੱਥੇ ਸਟਾਫ ਰੂਮ 'ਚ ਚਲੇ ਗਏ, ਉੱਥੇ ਜਾ ਕੇ ਸਟਾਫ ਨਾਲ ਗੱਲ ਕੀਤੀ ਵੀ ਉਹ ਲੜਕਾ ਗੁਰੂ ਜੀ ਦਾ ਨਾਮ ਨਿਰਮਲ ਸਿੰਘ ਆ, ਵੀ ਉਹ ਮੈਨੂੰ ਇਸ ਤਰ੍ਹਾਂ ਕਿਹਾ ਉਹਨੇ ਕਲਾਸ ਤੋਂ ਬਾਹਰ ਆ ਕੇ, ਵੀ ਮੈਂ ਹਾਲਾਂਕਿ ਦੋ ਹੋਰ ਲੜਕਿਆਂ ਨੂੰ ਪੁਆਇੰਟ ਆਊਟ ਕੀਤਾ ਸੀ। ਉਹ ਫਿਰ ਤੁਹਾਨੂੰ ਪਤਾ ਵੀ ਇਹ ਜੇ ਜੋ ਇਨਸਾਨ ਹੁੰਦੇ ਆ ਇਹ ਵੱਖਰੀ ਕਿਸਮ ਦੇ ਹੁੰਦੇ ਨੇ। ਕੋਈ ਇਹਨਾਂ ਨੂੰ ਫਕੀਰ ਕਹਿੰਦਾ ਤੇ ਕੋਈ ਕਿਸ ਤਰ੍ਹਾਂ ਕਹਿੰਦਾ ਵੀ ਉਹ ਚਲੋ ਉਹਦਾ ਕੀ ਆ, ਉਹ ਤਾਂ ਫਕੀਰ ਬੰਦਾ, ਉਹ ਤਾਂ ਫਕਰ ਆ, ਉਹ ਇਸ ਤਰ੍ਹਾਂ। ਟਾਈਮ ਬੀਤਦਾ ਗਿਆ, ਇਹਨਾਂ ਦੀ ਆਪੋ ਵਿੱਚ ਹੀ ਕਨਵਰਸੇਸ਼ਨ ਹੁੰਦੀ ਰਹੀ। ਪੰਨੂ ਅੰਕਲ ਨੂੰ ਵੀ ਥੋੜੀ ਜਿਹੀ ਕਿਉਰਿਓਸਿਟੀ ਹੋਈ ਵੀ ਇਹਨੇ ਕਿਉਂ ਕਿਹਾ ਮੈਨੂੰ ਆ ਕੇ, ਹਨਾ। ਉਹ ਵੀ ਮਿਲਦੇ ਰਹੇ ਇਹਨੇ ਨੂੰ, ਇਹਨਾਂ ਦਾ ਸੈਸ਼ਨ ਪੂਰਾ ਹੋ ਗਿਆ ਤੇ ਇਹ ਉੱਥੋਂ ਛੱਡ ਕੇ ਆ ਗਏ। ਬਾਈ ਚਾਂਸ ਇਹਨਾਂ ਦੀ ਅੰਮ੍ਰਿਤਸਰ ਖਾਲਸਾ ਕਾਲਜ ਦੇ ਵਿੱਚ ਜੌਬ ਲੱਗ ਗਈ। ਫਿਰ ਉਹਨਾਂ ਨੂੰ ਕੁਲੀਗਸ ਨੂੰ ਪੁੱਛਦੇ ਨੇ ਵੀ ਉਹ ਕਿੱਥੇ ਚਲੇ ਗਏ, ਉਹ ਕਹਿੰਦੇ ਵੀ ਉਹਦੀ ਤਾਂ ਖਾਲਸਾ ਕਾਲਜ ਅੰਮ੍ਰਿਤਸਰ ਅਪਾਇੰਟਮੈਂਟ ਹੋ ਗਈ, ਉੱਥੇ ਚਲੇ ਗਏ। ਪਰ ਨੈਕਸਟ ਈਅਰ ਹੀ ਇਹ ਫਿਰ ਗਵਰਨਮੈਂਟ ਕਾਲਜ 'ਚ ਪਰਮਾਨੈਂਟ ਜੌਬ ਦੇ ਵਿੱਚ, ਰਾੜਾ ਸਾਹਿਬ ਇੱਕ ਦਰਾਹੇ ਦੇ ਨਜ਼ਦੀਕ, ਉੱਥੇ ਐਜ਼ ਏ ਪਰਮਾਨੈਂਟ ਲੈਕਚਰਰ ਪੋਲੀਟੀਕਲ ਸਾਇੰਸ ਦੇ ਲੱਗ ਕੇ ਆ ਗਏ। ਗੁਰੂ ਜੀ ਨੂੰ ਫਿਰ ਪਤਾ ਲੱਗ ਗਿਆ ਬਈ ਇਹ ਪੰਨੂ ਅੰਕਲ ਉੱਥੇ ਆ ਗਏ ਨੇ, ਕਿਉਂਕਿ ਗੁਰੂ ਜੀ ਦਾ ਪਿੰਡ ਉੱਥੋਂ ਬਹੁਤ ਹੀ ਦੂਰ ਨਹੀਂ ਸੀ ਪੈਂਦਾ ਰਾੜਾ ਸਾਹਿਬ ਤੋਂ। ਜਿੰਨਾ ਕੁ ਮਲੇਰਕੋਟਲੇ ਜਾਂਦੇ ਸੀ ਉਹਨਾਂ ਕੁ ਇੱਧਰ ਨੂੰ ਉਹਨਾਂ ਦਾ ਰਾੜਾ ਸਾਹਿਬ ਤੋਂ ਪਿੰਡ ਹੈਗਾ। ਕਾਲਜ 'ਚ ਮਿਲਣਾ ਇਹ ਤੇ ਕਹਿੰਦੇ ਮੈਨੂੰ ਪਤਾ ਲੱਗ ਗਿਆ ਸੀ ਵੀ ਤੁਸੀਂ ਅੰਮ੍ਰਿਤਸਰ ਚਲੇ ਗਏ, ਫਿਰ ਤੁਸੀਂ ਹੁਣ ਇੱਥੇ ਆ ਗਏ, ਹੁਣ ਵੀ ਮੈਨੂੰ ਤੁਹਾਡੇ ਕਲੀਗਸ ਤੋਂ ਪਤਾ ਲੱਗਿਆ, ਮੈਂ ਤਾਂ ਮਿਲਣਾ ਆ। ਇਹ ਇਹਨਾਂ ਦਾ ਸਿਲਸਿਲਾ ਚੱਲਦਾ ਰਿਹਾ, ਆਪੋ ਵਿੱਚ ਮਿਲਦੇ ਰਹੇ। ਕਾਲਜ ਆਉਣਾ ਉਹਨਾਂ ਨੇ, ਮਿਲਣਾ। ਉਸ ਤੋਂ ਬਾਅਦ 73 ਚ ਸਾਡੀ ਮੈਰਿਜ ਹੋਈ। ਮੈਰਿਜ ਤੋਂ ਬਾਅਦ ਅਸੀਂ ਫਿਰ ਟ੍ਰਾਂਸਫਰ ਮਲੇਰਕੋਟਲੇ ਦੀ ਕਰਾ ਲਈ ਗਵਰਨਮੈਂਟ ਕਾਲਜ 'ਚ। ਉੱਥੇ ਤਾਂ ਫਿਰ ਗੁਰੂ ਜੀ ਅੱਗੇ ਪਟਿਆਲੇ ਪੜ੍ਹਦੇ ਸੀ, ਪਟਿਆਲੇ ਆਉਂਦੇ ਜਾਂਦੇ ਕਾਲਜ 'ਚ ਇਹਨਾਂ ਨੂੰ ਮਿਲ ਕੇ ਜਾਂਦੇ ਰਹਿਣਾ।
क्योंकि पता लग गया भी फिर मुड़ के उत्थे आ गए ने। फिर गुरु जी अक्सर घर आ जाया करते सी, मोस्टली संडे वाले दिन। सानू उदों ही पता लगना भी जो गुरु जी गेट ते खड़े ने, आ जाना अंदर, आके बैठे रहना, किन्नी किन्नी देर बैठे रहना। साडे बच्चे होए, 3 बेटियां ने मेरियां, ਉਹਨਾਂ ਨਾਲ ਖੇਡਦੇ ਰਹਿਣਾ। ਉਹਨਾਂ ਨੇ ਵੀ ਉਹਨਾਂ ਦੇ ਆਲੇ ਦੁਆਲੇ ਖੇਡਦੀਆਂ ਰਹਿਣਾ, ਤੇ ਮੈਂ ਆਇਆਂ ਨੂੰ ਚਾਹ ਬਣਾ ਕੇ ਦੇਣੀ। ਉਦੋਂ ਗੁਰੂ ਜੀ ਫਾਸਟ ਬਹੁਤ ਰੱਖਦੇ ਹੁੰਦੇ ਸੀ। ਵੀ ਤੁਸੀਂ ਬਿਲੀਵ ਕਰਨਾ, 7-7 ਘੰਟੇ ਸਾਡੇ ਘਰ ਬੈਠੇ ਰਹਿੰਦੇ ਸੀ। ਸੰਡੇ ਦਾ ਦਿਨ ਹੁੰਦਾ ਸੀ, ਕੋਈ ਚੀਜ਼ ਵੀ ਲਿਆਉਣੀ, ਕੁਛ ਹੋਰ ਕਰਨਾ। ਇਹਨਾਂ ਨੇ ਕਹਿਣਾ ਵੀ ਮੈਂ ਮਾੜੇ ਜਿਹੇ ਬਾਜ਼ਾਰ ਜਾ ਕੇ ਆਉਣਾ, ਤੇ ਗੁਰੂ ਜੀ ਨੇ ਕਹਿਣਾ ਕੋਈ ਗੱਲ ਨਹੀਂ, ਮੈਂ ਬੈਠਾ, ਤੁਸੀਂ ਜਾਇਓ। ਡਰਾਇੰਗ ਰੂਮ ਚ ਇਕੱਲੇ ਬਹਿ ਜਾਂਦੇ ਸੀ, ਦੋਨੋਂ ਜਣੇ ਵੀ ਬੈਠੇ ਰਹਿੰਦੇ ਸੀ। ਮੈਂ ਕਹਿਣਾ ਵੀ ਤੁਸੀਂ ਇੰਨੀ ਦੇਰ ਬੈਠੇ ਕੀ ਗੱਲਾਂ ਕਰਦੇ ਹੋ? ਕਹਿੰਦੇ ਘੰਟਾ ਘੰਟਾ ਅਸੀਂ ਚੁੱਪ ਵੀ ਰਹਿੰਦੇ ਆ, ਨਾ ਕੁਛ ਉਹ ਬੋਲਦੇ ਨੇ ਨਾ ਮੈਂ ਬੋਲਦਾ। ਤੇ ਵੀ ਕਈ ਵਾਰ ਕੰਮ ਤੇ ਚਲੇ, ਵੀ ਬਾਜ਼ਾਰੋਂ ਬਜ਼ੁਰਗ ਕੁਛ ਲੈਣ ਜਾਣਾ, ਉਹ ਵੀ ਚਲੇ ਜਾਣਾ। ਗੁਰੂ ਜੀ ਨੇ ਜੇ ਜਾਣਾ ਤਾਂ ਚੁੱਪ ਕਰਕੇ ਬਿਨਾਂ ਦੱਸੇ ਚਲੇ ਜਾਣਾ। ਜਦ ਜਾ ਕੇ ਦੇਖਣਾ ਉੱਥੇ ਕੋਈ ਵੀ ਨਹੀਂ ਹੈ। ਗੁਰੂ ਜੀ ਗਏ। ਕਈ ਵਾਰੀ ਕਹਿਣਾ ਵੀ ਮੇਰੇ ਪਿੰਡ ਨੂੰ 5 ਵਜੇ ਲਾਸਟ ਬੱਸ ਜਾਂਦੀ ਆ, ਮੈਂ ਵੀ ਹੁਣ ਚੱਲਿਆ। ਕਦੇ ਦੱਸ ਵੀ ਜਾਂਦੇ ਸੀ। ਅੱਛਾ, ਹੁਣ ਜਿਵੇਂ ਇੱਕ ਵਾਰੀ ਚਾਹ ਪੀ ਲਈ, ਸਾਰਾ ਦਿਨ ਰਹੇ ਘਰ। ਅਸੀਂ ਕਈ ਵਾਰ ਆਉਂਦਿਆਂ ਨੂੰ ਬ੍ਰੇਕਫਾਸਟ ਕਰਦੇ ਹੁੰਦੇ ਸੀ, ਫਿਰ ਲੰਚ ਵੀ ਕਰਨਾ। ਉਹਨਾਂ ਨੂੰ ਕਹਿਣਾ ਵੀ ਤੁਸੀਂ ਲੰਚ ਕਰ ਲਓ, ਕਦੇ ਸਾਗ ਮੱਕੀ ਦੀ ਰੋਟੀ ਖਾਣੀ ਜਾਂ ਕੁਛ ਵੀ। ਉਹਨਾਂ ਨੇ ਕਹਿਣਾ ਨਹੀਂ ਭੈਣ ਜੀ, ਭੈਣ ਜੀ ਵੀ ਕਹਿੰਦੇ ਹੁੰਦੇ ਸੀ ਮੈਨੂੰ ਤਾਂ, ਵੀ ਚਾਹ ਪੀਣੀ ਸੀ, ਚਾਹ ਪੀ ਲਈ। ਫਿਰ ਮੈਂ ਕਹਿਣਾ ਵੀ ਮੈਂ ਦੁਬਾਰੇ ਚਾਹ ਬਣਾ ਦਿੰਦੀ ਆ। ਨਹੀਂ, ਮੈਂ ਬਾਹਲੀ ਵਾਰੀ ਚਾਹ ਨਹੀਂ ਪੀਂਦਾ, ਇੱਕ ਵਾਰੀ ਪੀਣਾ, ਉਹ ਪੀਣੀ ਸੀ, ਪੀ ਲਈ। ਕਦੇ ਮੈਂ ਕਹਿਣਾ ਵੀ ਚਲੋ ਮੈਂ ਨਾ ਐਪਲ ਕੱਟ ਕੇ ਦੇ ਦੇਣਾ, ਵੀ ਦੇਖੋ ਅਸੀਂ ਦੂਜੀ ਵਾਰ ਰੋਟੀ ਖਾਣ ਲੱਗੇ ਆ, ਇੱਕ ਬੰਦਾ ਸਾਡੇ ਕੋਲ ਉਸੇ ਤਰ੍ਹਾਂ ਬੈਠੇ ਆ ਇਹ। ਉਹਨਾਂ ਨੇ ਕਹਿਣਾ ਨਹੀਂ, ਮੈਂ ਐਪਲ ਵੀ ਨਹੀਂ ਖਾਣਾ, ਕੁਛ ਨਹੀਂ ਕਰਨਾ, ਚਾਹ ਪੀਣੀ ਸੀ, ਚਾਹ ਪੀ ਲਈ ਤੇ ਚਲੇ ਜਾਣਾ। ਉਸ ਤੋਂ ਬਾਅਦ ਗੁਰੂ ਜੀ ਚੰਡੀਗੜ੍ਹ ਸ਼ਿਫਟ ਕਰ ਗਏ। ਉੱਥੇ ਕਿਸੇ ਦੇ ਘਰ ਰਹਿੰਦੇ ਹੁੰਦੇ ਸੀ, ਤੇ ਕਾਫੀ ਉਹਨਾਂ 'ਚ ਪਾਵਰ ਆ ਚੁੱਕੀ ਸੀ, ਕਿਉਂਕਿ ਪਾਵਰ ਵੀ ਹੌਲੀ ਹੌਲੀ ਟਾਈਮ ਦੇ ਨਾਲ ਵੱਧਦੀ ਗਈ। ਉਹ ਭਗਤੀ ਕਰਦੇ ਗਏ। ਜਿਵੇਂ ਮੈਂ ਦੱਸਿਆ ਵੀ ਉਹ ਸਵਾ ਮਹੀਨਾ ਫਾਸਟ ਰੱਖਦੇ ਹੁੰਦੇ ਸੀਗੇ, ਸ਼ਿਵਰਾਤਰੀ ਦੇ ਨੇੜੇ ਜਾ ਕੇ ਖਾਸ ਕਰ। ਤੇ ਉੱਥੇ ਇਹਨਾਂ ਨੇ, ਪਨੂ ਅੰਕਲ ਨੇ ਜਦੋਂ ਜਾਣਾ ਦੇਖਣਾ, ਗੁਰੂ ਜੀ ਉੱਥੇ 9 ਵਜੇ ਤੋਂ ਪਹਿਲਾਂ ਹੀ ਮਿਲਦੇ ਹੁੰਦੇ ਸੀ। ਤਾਂ ਇਹ ਮਲੇਰਕੋਟਲੇ ਤੋਂ ਸਵੇਰੇ 6 ਵਜੇ ਦੀ ਬੱਸ ਲੈ ਕੇ ਗੁਰੂ ਜੀ ਕੋਲੇ ਪਹੁੰਚ ਜਾਂਦੇ ਸੀ। ਉੱਥੇ ਕਦੇ ਉਹ ਭਜਨ ਲਾਲ ਹਰਿਆਣੇ ਦਾ ਜਿਹੜਾ ਚੀਫ ਮਿਨਿਸਟਰ ਸੀ ਉਹ ਬੈਠਾ ਹੋਣਾ, ਕਦੇ ਉਹਦੀ ਮਦਰ ਹੋਣੀ, ਕਦੇ ਦੇਵੀ ਲਾਲ ਬੈਠਾ ਹੋਣਾ। ਇਹਨਾਂ ਨੇ ਬੜੇ ਹੈਰਾਨ ਹੋਣਾ। 9 ਵਜੇ ਤੋਂ ਬਾਅਦ ਗੁਰੂ ਜੀ ਫਿਰ ਉੱਥੋਂ ਚਲੇ ਜਾਂਦੇ ਸੀ, ਫਿਰ ਕਿਸੇ ਨੂੰ ਮਿਲਦੇ ਨਹੀਂ ਸੀ, ਤੇ ਸ਼ਾਮ ਨੂੰ ਫਿਰ ਉੱਥੇ ਉਹਨਾਂ ਦੇ ਘਰੇ ਵਾਪਸ ਆ ਜਾਂਦੇ ਸੀ। ਹੁਣ ਜੇ ਕਿਸੇ ਦਾ ਕੋਈ ਕੰਮ ਕੁਮ ਹੁੰਦਾ ਸੀ ਤਾਂ ਇਹ ਗੁਰੂ ਜੀ ਨੂੰ ਕਹਿ ਦਿੰਦੇ ਸੀ ਵੀ ਜੀ ਫਲਾਣੇ ਦਾ ਉਹ ਕੰਮ ਆ, ਤੁਸੀਂ ਕਰਵਾ ਦਿਓ। ਤਾਂ ਗੁਰੂ ਜੀ ਕਹਿੰਦੇ ਸੀ ਠੀਕ ਆ, ਮੈਂ ਕਹਿ ਦੇਣਾ, ਕੰਮ ਹੋ ਜਾਊਗਾ। ਨਾਲ ਹੁਣ ਭਗਤੀ ਵੀ ਹੋ ਰਹੀ ਸੀ, ਸ਼ਕਤੀ ਵੀ ਵੱਧ ਰਹੀ ਸੀ, ਸਾਰਾ ਕੁਝ ਸੀ। ਸਾਡੇ 3 ਬੇਟੀਆਂ ਸੀ। ਇਹਨਾਂ ਦੇ ਕਲੀਗਸ ਕਹਿਣ ਲੱਗੇ ਵੀ ਪਨੂ ਤੇਰੇ 3 ਬੇਟੀਆਂ ਨੇ, ਵੀ ਦੇਖੋ ਕਾਫੀ ਸ਼ਕਤੀ ਆ ਗਈ ਹੁਣ ਉਸ ਚ, ਉਹਨਾਂ ਚ, ਵੀ ਕਦੇ ਤੂੰ ਪੁੱਛ ਕੇ ਦੇਖ ਲੈਣਾ ਸੀ ਹਨਾ ਵੀ ਮੇਰੇ ਬੇਟੀਆਂ ਹੀ ਨੇ, ਬੇਟਾ ਨਹੀਂ ਹੈ। ਇਹ ਕਹਿੰਦੇ ਵੀ ਨਹੀਂ, ਵੀ ਮੰਗਣਾ ਨਹੀਂ ਕੁਛ, ਨਾ ਪੁੱਛਣ ਦੀ ਲੋੜ ਆ। ਉਹਨਾਂ ਨੂੰ ਬਿਨ ਮੰਗੇ ਸਭ ਕੁਛ ਪਤਾ ਵੀ ਕੀ ਚਾਹੀਦਾ, ਕੀ ਦੇਣਾ, ਵੀ ਉਹ ਜਾਣੀ ਜਾਣ ਨੇ। ਚਲੋ ਫਿਰ ਸਾਡੀ ਟ੍ਰਾਂਸਫਰ ਲੁਧਿਆਣੇ ਦੀ ਹੋ ਗਈ, ਗਵਰਨਮੈਂਟ ਕਾਲਜ ਦੀ। ਉੱਥੇ ਵੀ ਗੁਰੂ ਜੀ ਆਉਂਦੇ ਰਹੇ। ਗੁਰੂ ਜੀ ਉੱਥੋਂ ਚੰਡੀਗੜ੍ਹ ਤੋਂ ਫਿਰ ਜਲੰਧਰ ਸ਼ਿਫਟ ਹੋ ਗਏ। ਜਲੰਧਰ ਪਹਿਲਾਂ ਗ੍ਰੀਨ ਐਵੇਨਿਊ ਰਹਿੰਦੇ ਸੀ,
ਪਨੂ ਅੰਕਲ ਉੱਥੇ ਵੀ ਜਾਂਦੇ ਰਹੇ। ਉੱਥੇ ਅਸੀਂ ਨਹੀਂ ਸੀ ਕਦੇ ਗਏ, ਗੁਰੂ ਜੀ ਉਹੀ ਲੰਘਦੇ ਕਰਦੇ ਸਾਨੂੰ ਮਿਲ ਜਾਂਦੇ ਸੀ। ਫਿਰ ਗੁਰੂ ਜੀ ਡਿਫੈਂਸ ਕਾਲੋਨੀ ਜਿੱਥੇ ਅੱਜ ਕੱਲ ਮੰਦਿਰ ਆ ਉੱਥੇ ਪਹੁੰਚ ਗਏ। ਉੱਥੇ ਗਏ ਤਾਂ ਕਾਫੀ ਉੱਥੇ ਮਹਿਮਾ ਵੱਧਦੀ ਗਈ, ਸ਼ਕਤੀ ਵੀ ਵੱਧਦੀ ਗਈ, ਸਾਰਾ ਕੁਛ ਵੱਧ ਗਿਆ। ਲੋਕੀ ਕਾਫੀ ਮੱਥਾ ਟੇਕਣ ਆਉਣ ਲੱਗੇ ਮੰਦਿਰ ਚ। ਪਰ ਗੁਰੂ ਜੀ ਸਵੇਰੇ 8 ਵਜੇ ਤੋਂ ਲੈ ਕੇ 10:30 ਤੱਕ ਹੀ ਉੱਥੇ ਮਿਲਦੇ ਸੀਗੇ, ਬਾਅਦ ਚ ਸਭ ਦੀ ਛੁੱਟੀ ਕਰ ਦਿੰਦੇ ਸੀਗੇ। ਚਲੋ ਫਿਰ ਉੱਥੇ ਅਸੀਂ ਵੀ ਜਾਣਾ ਸ਼ੁਰੂ ਕਰ ਦਿੱਤਾ। ਇੱਕ ਵਾਰੀ ਅਸੀਂ ਕਿਹਾ ਵੀ ਸਾਨੂੰ ਵੀ ਲੈ ਚਲੋ, ਅਸੀਂ ਉੱਥੇ ਜਾ ਕੇ ਆਉਣਾ। ਪਰ ਗੁਰੂ ਜੀ ਅਕਸਰ, ਜਿਵੇਂ ਮੈਂ ਦੱਸਦੀ ਹਾਂ ਕਿ ਘਰ ਆ ਜਾਇਆ ਕਰਦੇ ਸੀ, ਲੰਘਦੇ ਕਰਦੇ। ਜਦੋਂ ਵੀ ਉਹਨਾਂ ਨੂੰ ਟਾਈਮ ਮਿਲਣਾ ਤਾਂ ਉਹਨਾਂ ਨੇ ਲੁਧਿਆਣੇ ਸਾਡੇ ਘਰ ਆ ਜਾਣਾ। ਤੇ ਇੱਕ ਵਾਰੀ ਮੇਰੀ ਛੋਟੀ ਬੇਟੀ ਨੂੰ ਬੁਖਾਰ ਹੋਣ ਲੱਗ ਗਿਆ। ਬੁਖਾਰ ਹੋਵੇ 99 ਨਹੀਂ, ਬੜੀ ਅਸੀਂ ਡਾਕਟਰਸ ਨੂੰ ਪੁੱਛਿਆ ਲੁਧਿਆਣੇ, ਐਲੋਪੈਥੀ ਹੋਮੋਪੈਥੀ ਕੋਈ ਪੈਥੀ ਨਾ ਛੱਡੀ। ਤਾਂ ਫਿਰ ਅਸੀਂ ਕਿਹਾ ਚਲੋ ਗੁਰੂ ਜੀ ਨੂੰ ਗੱਲ ਕਰਦੇ ਆ। ਗੁਰੂ ਜੀ ਕੋਲੇ ਪਹੁੰਚ ਗਏ। ਉਹ ਕਹਿੰਦੇ ਵੀ ਇਸ ਤਰ੍ਹਾਂ ਕਰੋ ਵੀ 5 ਰੁਪਏ ਦੀਆਂ ਹਰੀਆਂ ਮਿਰਚਾਂ ਮੰਗਵਾਈਆਂ, ਕਿਉਂਕਿ ਗੁਰੂ ਜੀ ਦਾ ਸਟੈਥੋਸਕੋਪ ਹੁੰਦਾ ਸੀ ਸਟੀਲ ਦੇ, ਆ ਜਿਹੜੀ ਸਪੂਨ ਆਪਾਂ ਕਾਮਨਲੀ ਘਰ ਚ ਯੂਜ਼ ਕਰਦੇ ਆ, ਇਹਨੂੰ ਲਾਉਂਦੇ ਹੁੰਦੇ ਸੀ ਉਹ ਤੁਹਾਡੇ ਬੋਡੀ ਤੇ, ਦੇਖਦੇ ਸੀ ਵੀ ਕੀ ਪ੍ਰੋਬਲਮ ਆ। ਫਿਰ ਮੋਸਟਲੀ ਕਹਿੰਦੇ ਸੀ ਵੀ ਪਾਮ ਦੇ ਪੱਤੇ ਮੰਗਾ ਲਓ, ਉਹਨਾਂ ਨੂੰ ਬਲੈਸ ਕਰਕੇ ਤੁਹਾਡੇ ਲਾ ਦਿੰਦੇ ਸੀ। ਪਰ ਬੇਟੀ ਨੂੰ ਉਹਨਾਂ ਨੇ ਕਿਹਾ ਵੀ 5 ਰੁਪਏ ਦੀਆਂ ਮਿਰਚਾਂ ਮੰਗਵਾ ਲਓ, ਹਰੀਆਂ ਮਿਰਚਾਂ ਮੰਗਵਾ ਲਈਆਂ। ਜਿਹੜੀਆਂ ਮਿਡਲ ਵਾਲੀ ਫਿੰਗਰ ਆ ਇਹਦੇ ਆਲੇ ਦੁਆਲੇ ਇੱਕ ਇੱਕ ਮਿਰਚ ਰੱਖ ਕੇ ਉੱਤੇ ਗਿੱਲਾ ਮਲਮਲ ਦਾ ਕੱਪੜਾ ਬੰਨਣਾ ਸੀ। ਕਹਿੰਦੇ ਬਸ ਠੀਕ ਹੋ ਜੂਗੀ, ਬਲੈਸ ਕਰਤੀ। ਪਰ ਕਹਿੰਦੇ ਘਬਰਾਇਓ ਨਾ, ਵੀ ਪਰਸੋਂ ਨੂੰ ਇਹਦਾ ਫੇਸ ਆ ਜਿਹੜਾ ਉਹ ਟੋਟਲੀ ਰੈਡ ਹੋ ਜਾਊਗਾ, ਆਈਜ਼ ਵੀ ਰੈਡ ਹੋ ਜਾਣਗੀਆਂ, ਫੇਸ ਵੀ। ਤੇ ਉਹੀ ਗੱਲ ਹੋਈ, ਜਦੋਂ 3rd ਡੇ ਹੋਇਆ ਤਾਂ ਬੇਟੀ ਦਾ ਮੂੰਹ ਬਿਲਕੁਲ ਲਾਲ ਹੋ ਗਿਆ। ਪਰ ਸਾਨੂੰ ਕੌਨਫੀਡੈਂਸ ਸੀਗਾ ਵੀ ਗੁਰੂ ਜੀ ਨੇ ਕਿਹਾ ਹੋਇਆ। ਤੇ ਬੁਖਾਰ ਉਤਰ ਗਿਆ, ਪਰ ਉਹਦਾ ਬੁਖਾਰ ਬਿਲਕੁਲ ਨਹੀਂ ਸੀਗਾ। ਤੁਹਾਨੂੰ ਪਤਾ ਬੱਚੇ ਕਿੱਥੇ ਇੰਨਾ ਕੁ ਬੰਨ੍ਹਦੇ ਨੇ। ਗੁਰੂ ਜੀ ਨੇ ਤਾਂ ਕਿਹਾ ਸੀ ਵੀ ਦਿਨ ਚ 2 ਵਾਰੀ ਬੰਨਿਆ ਕਰੋ, ਪਰ ਉਹ ਇੱਕੋ ਵਾਰੀ ਅਸੀਂ ਬੰਨ੍ਹਦੇ ਰਹੇ ਹਾਂ, 2-3 ਦਿਨ ਹੀ ਸ਼ਾਇਦ 2 ਵਾਰੀ ਬੰਨਿਆ ਹੋਵੇ। ਚਲੋ ਉਹ ਬਿਲਕੁਲ ਠੀਕ ਠਾਕ ਹੋ ਗਈ। ਸਾਨੂੰ ਜਲੰਧਰ ਜਾਣ ਦਾ ਇੰਨਾ ਕੁ ਚਾਅ ਰਹਿੰਦਾ ਸੀ ਵੀ ਜਦੋਂ ਵੀ ਟਾਈਮ ਮਿਲਣਾ ਵੀ ਚਲੋ ਜਲੰਧਰ ਚੱਲਦੇ ਆ। ਬੈਠੇ ਹੋਣਾ ਐ ਵੀ ਜਲੰਧਰ ਚੱਲੀਏ ਫਿਰ ਗੁਰੂ ਜੀ ਕੋਲੇ। ਜਿਹੜਾ ਕੋਈ ਨਹੀਂ ਸੀ ਜਾਂਦਾ ਘਰ ਚੋਂ, ਜੇ 2 ਜਾਣੇ ਚਲੇ ਗਏ, 1 ਜਣੇ ਨੂੰ ਘਰ ਰਹਿਣਾ ਪੈ ਗਿਆ ਕਿਸੇ ਕਾਰਨ ਕਰਕੇ, ਆਇਆਂ ਦਾ ਇਹ ਕੁਐਸਚਨ ਹੁੰਦਾ ਸੀ ਵੀ ਅੱਜ ਗੁਰੂ ਜੀ ਨੇ ਕਿਹੜੀ ਡਰੈਸ ਪਾਈ ਹੋਈ ਸੀ। ਤਾਂ ਬੜੀ ਖੁਸ਼ੀ ਜੀ ਹੋਣੀ ਵੀ ਚੱਲ ਗੁਰੂ ਜੀ ਦੇ ਚੱਲੇ ਆ ਜਾਂ ਗੁਰੂ ਜੀ ਤੇ ਜਾ ਕੇ ਆਏ ਆ। ਤੇ ਇੱਕ ਗੁਰੂ ਜੀ ਨੇ ਇੱਕ ਦਿਨ ਸਾਰਿਆਂ ਨੂੰ ਛੁੱਟੀ ਕਰ ਦਿੱਤੀ। ਅਸੀਂ ਕਿਹਾ ਵੀ ਸ਼ਾਇਦ ਸਾਨੂੰ ਵੀ ਛੁੱਟੀ ਕਰਤੀ ਹੋਊ। ਸਾਨੂੰ ਕਹਿੰਦੇ ਨਹੀਂ, ਇਹਨਾਂ ਨੂੰ ਪਨੂ ਅੰਕਲ ਕਹਿੰਦੇ ਉੱਤੋਂ ਆਪਾਂ ਉੱਪਰ ਟੈਰਿਸ ਤੇ ਚੱਲਦੇ ਆ, ਉੱਥੇ ਵੇਨੇ ਚੱਲ ਕੇ ਆਪਾਂ ਗੱਲਾਂ ਕਰਾਂਗੇ ਵੀ ਤਾਂ ਹੀ ਸੰਗਤ ਨੂੰ ਛੁੱਟੀ ਕੀਤੀ ਆ। ਮੈਂ ਤੇ ਪਨੂ ਅੰਕਲ ਹੀ ਸੀਗੇ, ਬੱਚੇ ਨਹੀਂ ਸੀ ਗਏ, ਉਹ ਆਪੋ ਆਪਣੇ ਸਕੂਲ ਗਏ ਹੋਏ ਸੀ। ਕਹਿਣ ਲੱਗੇ ਭੈਣ ਜੀ ਦੇਖੋ ਵੀ ਤੁਹਾਡੇ ਨਾਲ ਮੇਰਾ ਸੰਬੰਧ ਹੋਰ ਆ, ਪਨੂ ਸਾਹਿਬ ਨਾਲ ਹੋਰ ਆ, ਤੇ ਬੱਚਿਆਂ ਨਾਲ ਹੋਰ ਆ। ਬੱਚਿਆਂ ਦਾ ਤਾਂ ਮੈਂ ਹਮੇਸ਼ਾ ਭਲਾ ਸੋਚਣਾ ਵੀ ਇਹਨਾਂ ਦਾ ਕਿਸ ਤਰ੍ਹਾਂ ਭਲਾ ਹੋ ਸਕਦਾ। ਔਰ ਸੰਗਤ ਜੀ ਤੁਸੀਂ ਬਿਲੀਵ ਕਰਿਓ ਵੀ ਜਿਸ ਮੁਕਾਮ ਤੇ ਮੇਰੇ ਬੱਚੇ ਹੁਣ ਪਹੁੰਚੇ ਹੋਏ ਨੇ, ਇਹ ਉਹ ਗੁਰੂ ਜੀ ਦੀ ਮਿਹਰ ਆ। ਉਹਨਾਂ ਦੀ ਐਜੂਕੇਸ਼ਨ, ਉਹਨਾਂ ਦੀ ਸ਼ਾਦੀਆਂ, ਜੋ ਵੀ ਕੁਛ ਹੋਇਆ ਬਸ ਗੁਰੂ ਜੀ ਦੀ ਮਿਹਰ ਸਦਕਾ ਹੀ ਇੱਥੇ ਤੱਕ ਅਸੀਂ ਪਹੁੰਚੇ ਹੋਏ ਹਾਂ। ਫਿਰ ਮੇਰੇ ਗੋਲ ਸਟੋਨ ਸੀ। ਗੋਲ ਸਟੋਨ ਦਾ ਮੈਂ ਡਾਕਟਰਸ ਨੂੰ ਦਿਖਾਇਆ, ਅਲਟਰਾਸਾਊਂਡ ਕਰਾਈ, ਉਹ ਕਹਿੰਦੇ ਜੀ 26 mm ਤੇ ਮਲਟੀਪਲਸ ਨੇ।
ਗੁਰੂ ਜੀ ਨਾਲ ਗੱਲ ਕੀਤੀ। ਮੈਂ ਕਿਹਾ ਗੁਰੂ ਜੀ ਵੀ ਸਟੋਨ ਆ ਤੇ ਡਾਕਟਰ ਕਹਿੰਦਾ ਵੀ ਸਰਜਰੀ ਹੋ। ਮੈਨੂੰ ਕਹਿੰਦੇ ਨਹੀਂ ਭੈਣ ਜੀ ਸਰਜਰੀ ਨਹੀਂ ਕਰਾਉਣੀ। ਅੱਛਾ, ਸਾਡੇ ਇਹ ਹੈ ਵੀ ਮੇਰੀ ਇਨ-ਲॉज ਦੀ ਤੇ ਪੇਰੈਂਟਸ ਦੀ ਫੈਮਿਲੀ ਚ ਕੋਈ ਇੰਡੀਆ ਨਹੀਂ ਸੀ, ਸਭ ਕੈਨੇਡਾ ਆਏ ਹੋਏ ਸੀ, ਅਸੀਂ ਇਕੱਲੇ ਹੀ ਸੀ ਉੱਥੇ। ਤੇ ਮੇਰੇ ਫਾਦਰ ਰਿਟਾਇਰਡ ਪੁਲਿਸ ਆਫਿਸਰ ਸੀਗੇ। ਉਹ ਕਹਿੰਦੇ ਬੇਟਾ ਵੀ ਜੇ ਸਰਜਰੀ ਕਰਾਉਣੀ ਹੈ ਤਾਂ ਮੈਂ ਇੰਡੀਆ ਆਉਂਗਾ, ਮੇਰੇ ਆਏ ਤੋਂ ਕਰਾਇਓ, ਪਹਿਲਾਂ ਨਾ ਕਰਵਾਇਓ। ਮੈਂ ਕਿਹਾ ਚਲੋ ਠੀਕ ਆ। ਪਰ ਜਦ ਤੱਕ ਤਾਂ ਗੁਰੂ ਜੀ ਨੇ ਇਲਾਜ ਕਰ ਵੀ ਦਿੱਤਾ ਸੀ। ਜਦੋਂ ਮੈਂ ਗੁਰੂ ਜੀ ਨੂੰ ਦੱਸਿਆ ਵੀ ਮੇਰੇ ਗਾਲ ਸਟੋਨ ਆ, ਤਾਂ ਉਹਨਾਂ ਨੇ ਉਹੀ ਆਪਣਾ ਸਟੈਥੋਸਕੋਪ ਸਪੂਨ ਯੂਜ਼ ਕੀਤਾ, ਪਾਨ ਦੇ ਪੱਤੇ ਮੰਗਵਾਏ ਤੇ ਮੇਰੇ ਗਾਲ ਸਟੋਨ ਤੇ ਲਾਤੇ। 3 ਵਾਰੀ ਸ਼ਾਇਦ ਇਸ ਤਰ੍ਹਾਂ ਕੀਤਾ ਤੇ ਗਾਲ ਸਟੋਨ ਗਾਇਬ ਹੋ ਗਿਆ। ਇਹ ਤਕਰੀਬਨ 90 ਦੀ ਗੱਲ ਆ, 1990 ਦੀ। ਅੱਜ ਤੱਕ ਮੈਨੂੰ ਖਾਣ ਪੀਣ ਚ ਜਾਂ ਹੋਰ ਕਾਸੇ ਚ ਕੋਈ ਪ੍ਰੋਬਲਮ ਨਹੀਂ ਆਈ। ਫਿਰ ਮੇਰੇ ਫਾਦਰ ਆਏ ਤਾਂ ਮੈਨੂੰ ਕਹਿਣ ਲੱਗੇ ਵੀ ਬੇਟਾ ਚੱਲ ਫਿਰ ਹੁਣ ਸਰਜਰੀ ਕਰਵਾ ਲੈਂਦੇ ਆ, ਹਨਾ ਹੁਣ ਮੈਂ ਆ ਗਿਆ। ਮੈਂ ਕਿਹਾ ਪਾਪਾ ਜੀ ਨਹੀਂ, ਵੀ ਹੁਣ ਮੈਂ ਠੀਕ ਆ। ਕਹਿੰਦੇ ਹੁਣ ਕਿਵੇਂ ਠੀਕ ਹੋ ਗਈ? ਮੈਂ ਕਿਹਾ ਨਹੀਂ ਹੁਣ ਨਹੀਂ ਕਰਾਉਣੀ। ਕਿਉਂ, ਤੁਹਾਨੂੰ ਪਤਾ ਪੁਲਿਸ ਵਾਲੇ ਥੋੜੇ ਜਿਹੇ ਛੇਤੀ ਛੇਤੀ ਬਲੀਵ ਨਹੀਂ ਕਰਦੇ ਹੁੰਦੇ ਵੀ ਕੀ ਗੱਲ ਹੋ ਰਹੀ ਹੈ ਇਹ। ਫਿਰ ਮੈਂ ਉਹਨਾਂ ਨੂੰ ਸਾਰਾ ਦੱਸਿਆ। ਮੈਂ ਕਿਹਾ ਵੀ ਇਸ ਤਰ੍ਹਾਂ ਕਰਕੇ ਇੱਕ ਮਹਾਂਪੁਰਸ਼ ਨੇ, ਉਹਨਾਂ ਨੇ ਬਲੈਸ ਕੀਤਾ। ਉਸ ਤੋਂ ਬਾਅਦ ਮੇਰੇ ਕਦੇ ਪੇਨ ਨਹੀਂ ਹੋਈ, ਕਦੇ ਮੈਨੂੰ ਕੁਝ ਖਾਣ ਚ ਪ੍ਰੋਬਲਮ ਨਹੀਂ ਆਈ, ਵੀ ਮੈਂ ਬਿਲਕੁਲ ਠੀਕ ਆ। ਉਹ ਐਗਰੀ ਕਰ ਗਏ। ਉਹ ਕਹਿੰਦੇ ਚਲੋ ਠੀਕ ਆ। ਚਲ ਕਹਿੰਦੇ ਮੈਨੂੰ ਵੀ ਮਿਲਾਇਓ ਫਿਰ। ਮੈਂ ਕਿਹਾ ਅੱਛਾ ਜੀ। ਮੈਂ ਕਿਹਾ ਵੀ ਚੰਗੀ ਤਰ੍ਹਾਂ ਪਹਿਲਾਂ ਇਹਨਾਂ ਦੇ ਅੰਦਰ ਕੋਈ ਬਰਨਿੰਗ ਪੈਸ਼ਨ ਹੋਵੇ ਤਾਂ ਹੀ ਲੈ ਕੇ ਜਾਵਾਂ। ਦੂਸਰਾ ਇਹ ਸੀ ਵੀ ਅਸੀਂ ਆਪਣੇ ਆਪ ਗੁਰੂ ਜੀ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਭੈਣ ਭਾਈ ਨੂੰ ਕਦੇ ਲੈ ਕੇ ਨਹੀਂ ਸੀ ਜਾਂਦੇ। ਪਹਿਲਾਂ ਪੁੱਛ ਕੇ ਆਉਂਦੇ ਸੀ ਵੀ ਗੁਰੂ ਜੀ ਲੈ ਆਈਏ। 2-3 ਵਾਰੀ ਮੇਰੇ ਫਾਦਰ ਨੇ ਫਿਰ ਕਿਹਾ। ਇੱਕ ਦਿਨ ਮੈਨੂੰ ਗੁੱਸੇ ਜਾ ਕੇ ਕਹਿੰਦੇ ਬੇਟਾ ਮੈਨੂੰ ਲੈ ਕੇ ਜਾਣਾ ਕਿ ਨਹੀਂ? ਜੇ ਨਹੀਂ ਜਾਣਾ ਤਾਂ ਮੈਨੂੰ ਐਡਰੈਸ ਦੇ ਦੇ, ਮੈਂ ਟੈਕਸੀ ਕਰਕੇ ਆਪੇ ਚਲਿਆ ਜਾਣਾ ਉੱਥੇ, ਪਰ ਮੈਂ ਮਿਲਣਾ ਜ਼ਰੂਰ ਆ। ਮੈਂ ਕਿਹਾ ਕੋਈ ਗੱਲ ਨਹੀਂ ਪਾਪਾ ਜੀ, ਹੁਣ ਜ਼ਰੂਰ ਚੱਲਦੇ ਆਪਾਂ। ਮੈਂ ਸਮਝ ਗਈ ਉਹਨਾਂ ਦੀਆਂ ਫੀਲਿੰਗਸ ਨੂੰ। ਪਰ ਮੈਂ ਕਿਹਾ ਉਹਨਾਂ ਨੂੰ ਮੈਂ ਇੱਕ ਵਾਰੀ ਪੁੱਛਿਆ ਵਾ ਜਾ ਕੇ। ਅਗਲੇ ਦਿਨ ਫਿਰ ਜਲੰਧਰ ਗਈ, ਗੁਰੂ ਜੀ ਨੂੰ ਪੁੱਛਿਆ ਜਾ ਕੇ। ਤਾਂ ਗੁਰੂ ਜੀ ਕਹਿੰਦੇ ਹਾਂ ਹਾਂ ਭੈਣ ਜੀ, ਵੀ ਕੱਲ ਨੂੰ ਤੁਸੀਂ ਨਾ 10:30 ਤੱਕ ਪਹੁੰਚ ਜਿਓ, ਵੀ ਮੈਂ ਸੰਗਤ ਨੂੰ ਉਸ ਤੋਂ ਪਹਿਲਾਂ ਪਹਿਲਾਂ ਛੁੱਟੀ ਕਰ ਦੂੰਗਾ ਤੇ ਫਿਰ ਆਪਾਂ ਆਰਾਮ ਨਾਲ ਬੈਠ ਕੇ ਗੱਲਾਂ ਕਰਾਂਗੇ। ਉਸੇ ਤਰ੍ਹਾਂ ਹੀ ਹੋਇਆ। ਅਸੀਂ ਚਲੇ ਗਏ। ਦੇਖ ਲਓ 4-5 ਘੰਟੇ ਗੁਰੂ ਜੀ ਨੇ ਬਹੁਤ ਗੱਲਾਂ ਕੀਤੀਆਂ। ਵੀ ਗੁਰੂ ਜੀ ਕਹਿੰਦੇ ਭੈਣ ਜੀ ਮੈਂ ਤੁਹਾਡੇ ਫਾਦਰ ਨੂੰ ਮਿਲ ਕੇ ਬਹੁਤ ਖੁਸ਼ ਹੋਇਆ, ਤੇ ਮੇਰੇ ਫਾਦਰ ਵੀ ਕਹਿਣ ਵੀ ਮੈਂ ਗੁਰੂ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਫਿਰ ਪੁੱਛਦੇ ਨੇ ਪਾਪਾ ਜੀ ਨੂੰ ਵੀ ਤੁਸੀਂ ਕੈਨੇਡਾ ਨੂੰ ਵਾਪਸ ਕਦੋਂ ਜਾਣਾ? ਉਹਨਾਂ ਨੇ ਦੱਸਿਆ ਵੀ ਮੇਰੀ ਫਰਵਰੀ ਚ ਫਲਾਨੀ ਤਰੀਕ ਦੀ ਫਲਾਈਟ ਆ ਵਾਪਸ। ਉਹਨਾਂ ਦੇ ਜਾਣ ਤੋਂ ਇੱਕ ਦਿਨ ਪਹਿਲਾਂ ਗੁਰੂ ਜੀ ਫਿਰ ਉਹਨਾਂ ਨੂੰ ਸ਼ਾਮ ਨੂੰ ਘਰੇ ਮਿਲਣ ਵਾਸਤੇ ਆਏ ਲੁਧਿਆਣੇ। ਕਹਿੰਦੇ ਮੈਂ ਕਿਹਾ ਤੁਸੀਂ ਕੱਲ ਨੂੰ ਚਲ ਜਾਣਾ, ਅੱਜ ਤੁਹਾਨੂੰ ਮਿਲਿਆ ਨਾ। ਤੇ ਬਾਈ ਚਾਂਸ ਉੱਥੇ ਸਾਡੇ ਇੱਕ ਅੰਕਲ ਲੱਗਦੇ ਸੀ, ਮੇਰੇ ਫਾਦਰ ਹੁਣੀ ਵੀ ਗਰੇਵਾਲ, ਉਹ ਅੰਕਲ ਵੀ ਗਰੇਵਾਲ ਸੀਗੇ। ਸੀ ਤਾਂ ਸਾਡੇ ਫੈਮਿਲੀ ਫਰੈਂਡ ਹੀ। ਅਕਸਰ ਜਦੋਂ ਗੁਰੂ ਜੀ ਆ ਕੇ ਘਰੋਂ ਜਾਂਦੇ ਹੁੰਦੇ ਸੀ ਤਾਂ ਮੇਰੀ ਇਹ ਹਰਮਨ ਬੇਟੀ ਹੈ ਜਿਹੜੀ, ਇਹ ਬੜੇ ਹੌਲੀ ਕੇ ਪੁੱਛਦੀ ਹੁੰਦੀ ਸੀ ਗੁਰੂ ਜੀ ਫਿਰ ਹੁਣ ਕਦੋਂ ਆਉਂਗੇ? ਤਾਂ ਗੁਰੂ ਜੀ ਨੇ ਪਹਿਲਾਂ ਤਾਂ ਜਿਵੇਂ ਰੂਟੀਨ ਚ ਕਦੇ ਕਹਿਣਾ ਕੋਈ ਨਾ ਮੈਂ ਜਲਦੀ ਆ ਜਾਊਂਗਾ, ਕਦੇ ਮੈਂ 2 ਮਹੀਨਿਆਂ ਨੂੰ ਆਊਂਗਾ, ਕਦੇ 15 ਦਿਨਾਂ ਨੂੰ ਆਊਂਗਾ। ਉਸ ਦਿਨ ਕਹਿੰਦੇ ਵੀ ਜਿੱਦਣ ਫੇਰ ਦੋਨੋਂ ਭਰਾ ਗਰੇਵਾਲ ਇਕੱਠੇ ਹੋਣਗੇ ਮੈਂ ਉਦਣ ਆਊਂਗਾ। ਇਹ ਬੜੀ ਅਪਸੈਟ ਜੀ ਹੋ ਗਈ ਜਦੋਂ ਚਲੇ ਗਏ। ਇਹ ਕਹਿੰਦੀ ਮੰਮੀ ਵੀ ਨਾਨਾ ਜੀ ਹੁਣ ਜਾ ਰਹੇ ਨੇ, ਇਹ ਤਾਂ ਸਾਲ ਨੂੰ ਆਉਣਗੇ ਹੁਣ। ਵੀ ਇਹਦਾ ਮਤਲਬ ਗੁਰੂ ਜੀ ਆਪਣੇ ਘਰ ਸਾਲ ਆਉਣਗੇ ਹੀ ਨਹੀਂ। ਹੁਣ ਉਹ ਤਾਂ ਜਾਣੀ ਜਾਣ ਸੀ, ਅਸੀਂ ਸਮਝਦੇ ਹਾਂ ਵੀ ਉਂਝ ਹੀ ਕਹਿ ਗਏ ਸ਼ਾਇਦ।
ਹੋਇਆ ਕਿ ਤੁਸੀਂ ਬਿਲੀਵ ਕਰਿਓ ਵੀ ਮੇਰੇ ਫਾਦਰ ਫਰਵਰੀ ਚ ਜਾ ਕੇ ਅਪ੍ਰੈਲ ਦੇ ਫਸਟ ਵੀਕ ਵਾਪਸ ਆਉਣਾ ਪਿਆ ਉਹਨਾਂ ਨੂੰ ਕਿਸੇ ਜ਼ਰੂਰੀ ਕੰਮ ਵਾਸਤੇ। ਤੇ ਨੈਚੁਰਲੀ ਉਸ ਤੋਂ ਬਾਅਦ ਗੁਰੂ ਜੀ ਆ ਗਏ। ਸੋ ਇਸ ਤਰ੍ਹਾਂ ਜੋ ਲਫ਼ਜ਼ ਕਹਿੰਦੇ ਸੀ ਉਹਨਾਂ ਦਾ ਕੋਈ ਮਤਲਬ ਹੁੰਦਾ ਸੀ, ਇੰਝ ਨਹੀਂ ਸੀ ਵੀ ਜੋ ਕਹਿਤਾ ਸੋ ਕਹਿਤਾ। ਫਿਰ ਘਰ ਦੇ ਵਿੱਚ ਤੁਰੇ ਫਿਰਦੇ ਆ ਹਨਾ, ਕਦੇ ਬੈੱਡ ਤੇ, ਕਦੇ ਹੈਡਬੋਰਡ ਤੇ ਲੰਬੀ ਸਾਰੀ ਇੱਕ ਸਟ੍ਰਿੰਗ ਲੱਭਣੀ ਸਾਨੂੰ, ਗੋਲਡਨ ਹੋਣੀ ਜਾਂ ਸਿਲਵਰ ਹੋਣੀ ਜਾਂ ਕਲਰਡ ਹੋਣੀ। ਅਸੀਂ ਬੜੇ ਹੈਰਾਨ ਹੋਣਾ, ਅਸੀਂ ਕਹਿਣਾ ਵੀ ਆਪਣੀ ਜਿਹੜੀ ਮੇਡ ਕੰਮ ਵਾਲੀ ਆਉਂਦੀ ਆ ਉਹਦੇ ਵੀ ਕੋਈ ਇਹੋ ਜਿਹਾ ਕੱਪੜਾ ਤਾਂ ਪਾਇਆ ਨਹੀਂ ਹੁੰਦਾ। ਕਈ ਵਾਰੀ ਉਹ ਮੀਟਰ ਮੀਟਰ ਲੰਬੀਆਂ ਵੀ ਹੁੰਦੀਆਂ ਸੀ। ਫਿਰ ਕਦੇ ਅੰਮ੍ਰਿਤ ਵਰਖਾ ਹੋਣੀ ਵੀ ਹੈ ਆ ਪਾਣੀ ਇੰਨਾ ਕਿੱਥੋਂ ਇੱਕਦਮ ਕਮਰੇ 'ਚ ਛਿੜਕਾ ਹੋ ਗਿਆ। ਖੁਸ਼ਬੂ ਬਹੁਤ ਆਉਣੀ, ਕਈ ਵਾਰ ਡਿਫਰੈਂਟ ਇੱਕ ਟਾਈਮ ਇੱਕ ਆ ਰਹੀ ਹੈ, ਦੂਜੇ ਟਾਈਮ ਦੂਜੀ ਆਉਣੀ। ਗੁਰੂ ਜੀ ਨੇ ਗੱਲ ਕੀਤੀ ਵੀ ਗੁਰੂ ਜੀ ਇਸ ਤਰ੍ਹਾਂ ਬੜੀਆਂ ਸਟ੍ਰਿੰਗਸ ਜੀਆਂ ਪਈਆਂ ਹੁੰਦੀਆਂ। ਕਹਿੰਦੇ ਲੈ ਤੁਹਾਨੂੰ ਪਤਾ ਨਹੀਂ ਮੈਂ ਉੱਥੇ ਆਉਣਾ ਹੁੰਦਾ ਗੇੜਾ ਦੇਣ, ਮੈਂ ਆਪਣੀ ਨਿਸ਼ਾਨੀ ਛੱਡ ਕੇ ਆਉਣਾ ਹੁੰਦਾ ਵਾ। ਚਲੋ ਚੱਲਦਾ ਰਿਹਾ ਇਸੇ ਤਰ੍ਹਾਂ। ਅਸੀਂ ਜਦੋਂ ਗੁਰੂ ਜੀ ਕੋਲ ਜਾਣਾ ਮੱਥਾ ਟੇਕਣਾ, ਅਸੀਂ ਕਦੇ ਐ ਨਹੀਂ ਕੀਤਾ ਵੀ ਗੁਰੂ ਜੀ ਦੇ ਚੇਅਰ ਨਾਲ ਲੱਗ ਕੇ ਬੈਠੀਏ, ਜਾਂ ਬਹੁਤੇ ਲੋਕ ਹੁੰਦਾ ਸੀ ਗੁਰੂ ਜੀ ਦੇ ਕਮਰੇ 'ਚ ਨੂੰ ਭੱਜ ਕੇ ਜਾਂਦੇ ਸੀ। ਨਹੀਂ, ਅਸੀਂ ਚੁੱਪ ਕਰਕੇ ਜਾਣਾ, ਸਭ ਤੋਂ ਪਿੱਛੇ ਹੋ ਕੇ ਬਹਿੰਦੇ ਸੀ ਦੀਵਾਰ ਦੇ ਨਾਲ ਲੱਗ ਕੇ। ਕਈਆਂ ਨੇ ਸਾਨੂੰ ਕਹਿਣਾ ਵੀ ਤੁਹਾਨੂੰ ਗੁਰੂ ਜੀ ਇੰਨੇ ਚਿਰ ਦੇ ਜਾਣਦੇ ਨੇ, ਇੰਨਾ ਤੁਹਾਨੂੰ ਪਿਆਰ ਕਰਦੇ ਨੇ, ਤੁਸੀਂ ਐ ਸਭ ਤੋਂ ਪਿੱਛੇ ਹੋ ਕੇ ਬਹਿ ਜਾਂਦੇ ਹੋ। ਮੈਂ ਕਿਹਾ ਵੀ ਜਿੰਨਾ ਆਪਾਂ ਨੇੜੇ ਬੈਠਾਂਗੇ ਹਨਾ, ਗੁਰੂ ਜੀ ਦੀ ਨਿਗਾਹ ਉਨੀ ਨੇੜੇ ਨਹੀਂ ਪੈਣੀ। ਜਿਵੇਂ ਦੀਵੇ ਤਲੇ ਅੰਧੇਰਾ ਕਹਿ ਦਿੰਦੇ ਆ ਹਨਾ, ਦੂਰ ਤਾਂ ਗੁਰੂ ਜੀ ਨੇ ਬੈਠੇ ਨੇ, ਸਾਹਮਣੇ ਦੇਖੀ ਜਾਣਾ। ਕਹਿੰਦੀ ਇਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਆ। ਫਿਰ ਕੀ ਹੁੰਦਾ ਸੀ ਵੀ ਸਾਨੂੰ ਗੁਰੂ ਜੀ ਦੀ ਚਰਨ ਸੇਵਾ ਦਾ ਮੌਕਾ ਬਹੁਤ ਮਿਲਦਾ ਹੁੰਦਾ ਸੀ। ਚਰਨ ਸੇਵਾ ਮਤਲਬ ਅਸੀਂ ਜਾਣਾ, ਉਹਨਾਂ ਨੇ ਸਾਨੂੰ ਕੋਲ ਬੁਲਾ ਲੈਣਾ ਤੇ ਅਸੀਂ ਚਰਨ ਧਵਾਉਣ ਦੀ ਸੇਵਾ ਕਰਨੀ। ਘੰਟਾ ਘੰਟਾ 2 ਘੰਟੇ ਹਰ ਵਾਰੀ। ਜਿਸ ਵਾਰੀ ਗਿਆ ਨੂੰ ਇਹ ਸੇਵਾ ਨਹੀਂ ਦਿੱਤੀ ਤਾਂ ਸਾਨੂੰ ਉਸ ਵਾਰੀ 'ਚ ਜਾਣਾ ਅਧੂਰਾ ਲੱਗਦਾ ਹੁੰਦਾ ਸੀ। ਅਸੀਂ ਕਹਿਣਾ ਵੀ ਅੱਜ ਮਜ਼ਾ ਨਹੀਂ ਆਇਆ ਹੈਗਾ, ਕਿਉਂਕਿ ਅੱਜ ਗੁਰੂ ਜੀ ਨੇ ਆਪਣੇ ਕੋਲ ਨਹੀਂ ਬੁਲਾਇਆ ਆਪਾਂ ਨੂੰ। ਤੇ ਹੁਣ ਇੰਨੇ ਸਾਲਾਂ ਤੋਂ ਉਹ ਸੇਵਾ ਚੱਲਦੀ ਸੀ ਇਸੇ ਤਰ੍ਹਾਂ ਹਨਾ। ਜਦੋਂ ਸੰਗਤ ਨੂੰ ਤੋਰ ਦੇਣਾ, ਗੁਰੂ ਜੀ ਨੇ ਫੇਰ ਜਿੱਥੇ ਅਸੀਂ ਬੈਠੇ ਹੁੰਦੇ ਸੀ ਸਾਡੇ ਕੋਲ ਆ ਕੇ ਵਿਚਕਾਰ ਬੈਠ ਜਾਣਾ। ਫਿਰ ਲੰਗਰ ਮੰਗਵਾਉਣਾ, ਚਟਾਈ ਵਿਛਾ ਲੈਣੀ, ਵਿਚਾਲੇ ਲੰਗਰ ਰੱਖ ਲੈਣਾ, ਗੁਰੂ ਜੀ ਨੇ ਸਾਡੇ ਨਾਲ ਬੈਠ ਜਾਣਾ ਤੇ ਸਾਨੂੰ ਸਭ ਨੂੰ ਉੱਥੇ ਥਾਲੀਆਂ ਰੱਖ ਦੇਣੀਆਂ। ਗੁਰੂ ਜੀ ਆਪ ਲੰਗਰ ਸਰਵ ਕਰਦੇ ਸੀ ਤੇ ਆਪ ਵੀ ਸਾਡੇ ਨਾਲ ਹੀ ਬੈਠ ਕੇ ਲੰਗਰ ਛਕਦੇ ਸੀ। ਹੁਣ ਤੁਸੀਂ ਜਿਹੜੇ ਇਹ ਗੁਰੂ ਜੀ ਦੇ ਚਰਨ ਸਰੂਪ ਨੇ, ਇਹਨਾਂ ਅੱਗੇ ਆਪਾਂ ਮੱਥਾ ਟੇਕਦੇ ਹਾਂ, ਕਦੇ ਉਹਨਾਂ ਨੂੰ ਧਿਆਨ ਨਾਲ ਦੇਖਿਓ। ਇੰਜੀ ਮੈਂ ਇੱਕ ਦਿਨ ਬੈਠੀ, ਉਹਨਾਂ ਦੇ ਪੈਰ ਦਬਾ ਰਹੀ ਸੀ, ਮੈਂ ਤੇ ਮੇਰੀ ਹਰਮਨ ਬੇਟੀ ਸੀ, ਹੋਰ ਕੋਈ ਨਹੀਂ ਸੀ, ਅਸੀਂ ਉਹਨਾਂ ਦੇ ਰੂਮ 'ਚ ਬੈਠੇ ਸੀ। ਤਾਂ ਮੈਂ ਨੋਟ ਕੀਤਾ ਵੀ ਗੁਰੂ ਜੀ ਦੇ ਜਿਹੜੇ ਨਹੁੰ ਨੇ, ਸਕਿਨ ਤੇ ਨਹੁੰ ਜਿੱਥੋਂ ਸ਼ੁਰੂ ਹੁੰਦਾ ਨਹੁੰ, ਕਾਲੇ ਬੜੇ ਹੋ ਗਏ, ਬਿਲਕੁਲ ਬਲੈਕ। ਤਾਂ ਮੈਂ ਪੁੱਛਿਆ, ਮੈਂ ਕਿਹਾ ਗੁਰੂ ਜੀ ਵੀ ਇਹ ਤੁਹਾਡੇ ਨਹੁੰਆਂ ਨੂੰ ਕੀ ਹੋ ਗਿਆ, ਵੀ ਅੱਗੇ ਤਾਂ ਕਦੇ ਇਸ ਤਰ੍ਹਾਂ ਦੇਖੇ ਨਹੀਂ, ਵੀ ਹੁਣ ਇਹ ਕਾਲੇ ਹੋ ਗਏ ਨੇ। ਉਹ ਕਹਿੰਦੇ ਭੈਣ ਜੀ ਵੀ ਜਦੋਂ ਮੈਂ ਰਾਤ ਨੂੰ ਭਗਤੀ ਕਰਦਾ, ਮੋਸਟਲੀ ਉਹਨਾਂ ਦੇ ਮੈਰੂਨ ਕਰਟਨ ਲੱਗੇ ਹੁੰਦੇ ਸੀ, ਮੈਰੂਨ ਹੀ ਬੈੱਡ ਕਵਰ ਹੁੰਦਾ ਸੀ, ਮੈਰੂਨ ਹੀ ਕਾਰਪੈਟ ਹੁੰਦਾ ਸੀ ਤੇ ਕਮਰੇ 'ਚ ਬਿਲਕੁਲ ਹਨੇਰਾ ਹੋ ਜਾਂਦਾ ਸੀ। ਲਾਈਟਸ ਆਫ ਕਰ ਦਿੰਦੇ ਸੀ ਤਾਂ ਉਹਨਾਂ ਦੇ ਨੇਲਸ ਵਿੱਚੋਂ ਲਾਈਟ ਨਿਕਲਦੀ ਸੀ। ਉਹ ਲਾਈਟ ਨਿਕਲਣ ਦੇ ਨਾਲ ਜਿਹੜੇ ਉਹ ਨਹੁੰ ਸੀ ਉਹ ਬਰਨ ਹੋਏ ਹੋਏ ਸੀ ਉਸ ਲਾਈਟ ਦੇ ਨਾਲ। ਕਹਿੰਦੇ ਇਹ ਮੇਰੇ ਨਹੁੰ
ਕਾਲੇ ਤਾਂ ਹੋਏ ਨੇ। ਸੋ ਬਹੁਤ ਸ਼ਕਤੀ ਸੀ। ਪਹਿਲਾਂ ਤਾਂ ਦੇਖੋ ਉਹ ਸਪੂਨ ਯੂਜ਼ ਕਰਦੇ ਸੀ ਜਾਂ ਇਹ ਪਾਨ ਦਾ ਪੱਤਾ ਲਾਉਂਦੇ ਸੀ, ਫਿਰ ਉਹ ਵੀ ਬੰਦ ਕਰਤਾ ਸੀ। ਬਸ ਐ ਦ੍ਰਿਸ਼ਟੀ ਦੇ ਨਾਲ ਹੀ ਜਿਹਦੇ ਵੱਲ ਦੇਖਦੇ ਸੀ ਉਹਦਾ ਹੀ ਕਲਿਆਣ ਕਰ ਦਿੰਦੇ ਸੀ। ਇੱਕ ਦਿਨ ਫਿਰ ਉੱਥੇ ਜਿਹੜੇ ਸ਼ਬਦ ਲੱਗਦੇ ਸੀ, ਅਸੀਂ ਹੁਣ ਵੀ ਜਦੋਂ ਉਹ ਸ਼ਬਦ ਸੁਣਦੇ ਹਾਂ ਤਾਂ ਸਾਡਾ ਜਿਹੜਾ ਮਨ ਆ, ਫਿਜ਼ੀਕਲੀ ਚਾਹੇ ਅਸੀਂ ਕਿਤੇ ਹੋਈਏ, ਪਰ ਮੈਂਟਲੀ, ਆਤਮਿਕ ਤੌਰ ਤੇ ਅਸੀਂ ਜਲੰਧਰ ਗੁਰੂ ਜੀ ਦੇ ਦਰਬਾਰ ਚ ਪਹੁੰਚ ਜਾਂਦੇ ਹਾਂ। ਵੀ ਗੁਰੂ ਜੀ ਆਪਣੇ ਬਿਰਾਜਮਾਨ ਨੇ, ਅਸੀਂ ਉਹਨਾਂ ਦੇ ਕੋਲ ਬੈਠੇ ਹਾਂ। ਜਦੋਂ ਉਹ ਸ਼ਬਦ ਸੁਣਦੇ ਹਾਂ, ਖਾਸ ਕਰ ਚੁੱਪਚਾਪ, ਬਹੁਤ ਵਧੀਆ ਕੀਰਤਨ ਹੋ ਰਿਹਾ ਸੀ, ਸ਼ਬਦ ਲੱਗੇ ਹੋਏ ਸੀ, ਕਾਫੀ ਰਸ਼ ਸੀ, ਸੰਗਤ ਕਾਫੀ ਸੀ, ਤੇ ਮੈਂ ਤੇ ਮੇਰੀ ਬੇਟੀ ਬੈਠੇ ਹਾਂ। ਜਿਹਦੇ ਵਿੱਚ ਕੀ ਹੋਇਆ, ਗੁਰੂ ਜੀ ਨੇ ਅਚਾਨਕ ਬੇਟੀ ਨੂੰ, ਮੇਰੀ ਨੂੰ, ਇਸ ਹਰਮਨ ਨੂੰ ਹੀ ਹੱਥ ਮਾਰਿਆ। ਹੱਥ ਮਾਰਿਆ ਤੇ ਉੱਠ ਕੇ ਕੋਲੇ ਚਲੀ ਗਈ ਉਹਨਾਂ ਦੇ। ਗੁਰੂ ਜੀ ਨੇ ਐ ਹੱਥ ਮਾੜਾ ਜਿਹਾ ਘੁਮਾਇਆ, ਘੁਮਾ ਕੇ ਤਕਰੀਬਨ ਪਾਈਆ ਹੋ ਪੀੜਾ ਇਹਦੇ ਬਲ ਵਧਾਇਆ, ਤੇ ਇਹਦੇ ਵੀ ਆਟੋਮੈਟਿਕਲੀ ਹੱਥ ਖੁੱਲ ਗਏ। ਇਹਨੂੰ ਉਹ ਰੱਬੀ ਪ੍ਰਸ਼ਾਦ ਉਹਨਾਂ ਨੇ ਦਿੱਤਾ। ਇਹ ਵੀ ਅੱਖਾਂ ਮੀਚ ਕੇ, ਹੱਥ ਪ੍ਰਸ਼ਾਦ ਫੜ ਕੇ ਉਹਨਾਂ ਦੀ ਚੇਅਰ ਦੇ ਕੋਲੇ ਬੈਠੀ ਰਹੀ, ਤੇ ਗੁਰੂ ਜੀ ਵੀ ਅੱਖਾਂ ਮੀਚ ਕੇ ਤਕਰੀਬਨ 10 ਮਿੰਟ ਵਾਸਤੇ ਹੱਥ ਜੋੜ ਕੇ ਬੈਠੇ ਰਹੇ। ਔਰ ਗੁਰੂ ਜੀ ਦਾ ਫੇਸ ਬਿਲਕੁਲ ਰੈਡ ਹੋ ਗਿਆ ਸੀ। ਬਸ ਫਿਰ ਉਹ ਪ੍ਰਸ਼ਾਦ 10 ਕੁ ਬੰਦਿਆਂ ਨੂੰ ਨੇੜੇ ਨੇੜੇ ਥੋੜਾ ਜਿਹਾ ਦੇਤਾ। ਬਾਕੀ ਕਹਿੰਦੇ ਚੰਗਾ, ਹੁਣ ਤੂੰ ਇਹ ਆਪਣੇ ਘਰ ਨੂੰ ਲੈ ਜਾਓ ਤੁਸੀਂ। ਸੋ ਅਸੀਂ ਬਹੁਤ ਆਪਣੇ ਆਪ ਨੂੰ ਕਰਮਾਂ ਵਾਲੇ ਸਮਝਦੇ ਹਾਂ ਜਿਹੜੇ ਸਾਨੂੰ ਇਹ ਜਿਹੇ ਗੁਰੂ ਮਿਲੇ। ਫਿਰ ਜਦੋਂ ਗੁਰੂ ਜੀ ਕੋਲੇ ਕੋਈ ਆਉਂਦਾ ਸੀ, ਪਨੂੰ ਅੰਕਲ ਜਾਂਦੇ ਸੀ, ਤਾਂ ਉਹ ਇਹ ਦੱਸਦੇ ਹੁੰਦੇ ਸੀ ਵੀ ਇਹ ਮੇਰੇ ਪ੍ਰੋਫੈਸਰ ਨੇ, ਇਹ ਮੇਰੇ ਗੁਰੂ ਨੇ। ਪਨੂੰ ਅੰਕਲ ਨੇ ਕਹਿਣਾ ਵੀ ਗੁਰੂ ਜੀ ਪਲੀਜ਼ ਤੁਸੀਂ ਇੰਝ ਨਾ ਕਿਹਾ ਕਰੋ, ਬਈ ਅਸੀਂ ਤਾਂ ਕੁਛ ਵੀ ਨਹੀਂ, ਹਨਾ। ਕਹਿੰਦੇ ਨਹੀਂ ਗੁਰੂ ਹੋ ਤੁਸੀਂ। ਇੱਕ ਵਾਰੀ ਕੋਈ ਬੜੇ ਸੀਨੀਅਰ ਆਰਮੀ ਆਫਿਸਰ 4-5 ਬੈਠੇ ਸੀ, ਤਾਂ ਇਹ ਗਏ। ਜਾਂਦਿਆਂ ਨੂੰ ਜਦੋਂ ਇਹਨਾਂ ਨੇ ਮੱਥਾ ਟੇਕਿਆ ਤਾਂ ਉਹਨਾਂ ਨੂੰ ਕਹਿੰਦੇ, ਮਿਲੋ, ਮੇਰੇ ਪ੍ਰੋਫੈਸਰ ਸਾਹਿਬ ਆਏ ਨੇ। ਇਹ ਕਹਿੰਦੇ ਗੁਰੂ ਜੀ ਇੰਝ ਨਾ ਕਿਹਾ ਕਰੋ। ਇਹ ਬਹਿ ਗਏ, ਬੈਠੇ ਤੇ ਉੱਥੇ ਚਾਹ ਦਾ ਲੰਗਰ ਦਿੱਤਾ। ਇਹਨਾਂ ਨੇ ਚਾਹ ਪੀਤੀ ਤੇ ਇਹਨਾਂ ਨੂੰ ਸ਼ਿਵਰਿੰਗ ਜੀ ਫੀਲ ਹੋਣ ਲੱਗ ਗਈ। ਕੁਛ ਦੇਰ ਬੈਠ ਕੇ ਫਿਰ ਇਹ ਉੱਪਰ ਟੈਰਿਸ ਤੇ ਚਲੇ ਗਏ। ਉੱਥੇ ਧੁੱਪ ਸੀਗੀ, ਧੁੱਪੇ ਬੈਠੇ ਰਹੇ, ਤੇ ਚਾਹ ਇਹਨਾਂ ਨੂੰ ਉੱਪਰ ਲੰਗਰ, ਚਾਹ ਪ੍ਰਸ਼ਾਦ ਉੱਪਰ ਵੀ ਜਾਂਦਾ ਰਿਹਾ। ਸ਼ਾਮ ਨੂੰ ਜਦੋਂ ਇਹ ਘਰ ਵਾਪਸ ਆਏ ਤਾਂ ਇਹਨਾਂ ਨੂੰ ਕਾਫੀ ਬੁਖਾਰ ਹੋਇਆ ਹੋਇਆ। ਮੈਂ ਕਿਹਾ ਵੀ ਤੁਸੀਂ ਜਲੰਧਰ ਚੰਗਾ ਗਏ, ਗੁਰੂ ਜੀ ਕੋਲੋਂ ਬੁਖਾਰ ਕਰਾ ਕੇ ਆ ਗਏ। ਕਹਿੰਦੇ ਅੱਜ ਤਾਂ ਮੈਨੂੰ ਗੁਰੂ ਜੀ ਨੇ ਬੁਖਾਰ ਕਰਤਾ। ਮੈਂ ਕਿਹਾ ਵੀ ਚੰਗਾ, ਟੈਲਾਨੋਲ ਦੀ ਗੋਲੀ ਲੈ ਲਓ ਵੀ ਬੁਖਾਰ ਉਤਰ ਜਾਊਗਾ। ਨਹੀਂ, ਕਹਿੰਦੇ ਮੈਂ ਨਹੀਂ ਲੈਣੀ, ਗੁਰੂ ਜੀ ਨੇ ਚੜਾਇਆ, ਆਪੇ ਲਾਉਣ ਆਉਣਗੇ। ਮਤਲਬ ਤੁਸੀਂ ਫੇਥ ਵੀ ਦੇਖੋ। ਮੈਂ ਕਿਹਾ ਵੀ ਅੱਜ ਤੁਸੀਂ ਉੱਥੋਂ ਆਏ ਹੋ, ਹੁਣ ਤੁਹਾਡਾ ਬੁਖਾਰ ਕਿਵੇਂ ਲਾਉਣ ਆ ਜਾਣਗੇ ਕੱਲ ਨੂੰ। ਉਹ ਦਵਾਈ ਨਹੀਂ ਲਈ ਇਹਨਾਂ ਨੇ। ਸਵੇਰ ਹੋਈ ਤਾਂ ਇਹ ਹਰਮਨ ਬੇਟੀ ਕਹਿੰਦੀ ਪਾਪਾ, ਕਿਉਂਕਿ ਵੱਡੀ ਬੇਟੀ ਅੰਮ੍ਰਿਤਸਰ ਪੜ੍ਹਦੀ ਸੀ, ਛੋਟੀ ਬੇਟੀ ਫਿਰ ਕੈਨੇਡਾ ਚਲੀ ਗਈ ਸੀ। ਤਾਂ ਇਹ ਕਹਿੰਦੀ ਪਾਪਾ ਮੈਂ ਦਵਾਈ ਲੈ ਕੇ ਆਉਣੀ ਆ ਡਾਕਟਰ ਤੋਂ। ਸਾਡੇ ਨੇਬਰ ਹੀ ਡਾਕਟਰ ਸੀਗੇ, ਉਹਨਾਂ ਦੇ ਘਰ ਉਹਨਾਂ ਨੂੰ ਕਿਹਾ, ਉਹ ਕਹਿੰਦੇ ਇਹ ਕਹਿ ਰਹੇ ਆ ਵੀ ਤੂੰ ਲੈ ਆ, ਪਰ ਮੈਂ ਦਵਾਈ ਖਾਣੀ ਨੀ ਗੀ, ਬੇਸ਼ੱਕ ਲੈਣ ਜਾ, ਇਹ ਗੁਰੂ ਜੀ ਹੀ ਠੀਕ ਕਰਨ ਆਉਣਗੇ ਜਿਹੜਾ ਮੇਰਾ ਬੁਖਾਰ ਆ, ਦਵਾਈ ਨੇ ਠੀਕ ਨਹੀਂ ਕਰਨਾ। ਤਾਂ ਉਹ ਗਈ ਘਰੇ ਉਹਨਾਂ ਦੇ, ਉਹ ਡਾਕਟਰ ਸਾਹਿਬ ਕਲੀਨਿਕ ਤੇ ਚਲੇ ਗਏ ਸੀ। ਫਿਰ ਉਹ ਕਲੀਨਿਕ ਗਈ, ਉਹਨਾਂ ਨੇ ਦਵਾਈ ਲਿਖਤੀ ਤੇ ਕਹਿੰਦੀ ਮੈਂ ਕੈਮਿਸਟ ਜੋ ਫੜ ਲਿਆ। ਕੈਮਿਸਟ ਤੋਂ ਮਿਲੀ ਨਾ, ਤਾਂ ਬਾਏ ਦਾ ਟਾਈਮ 10:30-11 ਵਜੇ ਸੀ। ਗੁਰੂ ਜੀ
ਜਲੰਧਰ ਪੂਰੀ ਸੰਗਤ ਨਾਲ ਹਾਲ ਫੁੱਲ ਸੀ। ਵਿੱਚੋਂ 2 ਗੱਡੀਆਂ ਚ ਬੰਦੇ ਲਏ ਨਾਲ ਸੰਗਤ ਦੇ, ਤਕਰੀਬਨ 8-9 ਜਾਣੇ ਸੀ। ਉਹਨਾਂ ਨੂੰ ਕਹਿੰਦੇ ਆ ਜਾਓ, ਮੈਂ ਤੁਹਾਨੂੰ ਆਪਣਾ ਗੁਰੂ ਦਿਖਾ ਕੇ ਲਿਆਵਾਂ। ਤੇ ਉੱਥੇ ਸਾਡੇ ਘਰ ਆ ਗਏ। ਘਰ ਆਏ, ਅਸੀਂ ਫਸਟ ਫਲੋਰ ਤੇ ਰਹਿੰਦੇ ਸੀ, ਰੈਂਟ ਤੇ ਰਹਿੰਦੇ ਸੀਗੇ ਉੱਥੇ। ਅਸੀਂ ਆਉਂਦੇ ਆਈ ਫਟਾਫਟ ਸਿੱਧੇ ਪਨੂ ਅੰਕਲ ਦੇ ਬੈਡਰੂਮ ਚ ਚਲੇ ਗਏ। ਜਾ ਕੇ ਇਹਨਾਂ ਦੀ ਬਾਂਹ ਫੜ ਲਈ, ਕਹਿੰਦੇ ਉੱਠੋ। ਕਹਿੰਦੇ ਪਏ ਕਿਉਂ? ਇਹ ਕਹਿੰਦੇ ਗੁਰੂ ਜੀ ਅੱਜ ਤਾਂ ਤੁਸੀਂ ਕੱਲ ਮੈਨੂੰ ਬੁਖਾਰ ਕਰਤਾ, ਵੀ ਜਦ ਆਇਆ ਮੈਂ ਤਾਂ ਐਂ ਪਿਆ, ਨਾ ਕੁਛ ਖਾਧਾ ਨਾ ਪੀਤਾ, ਵੀ ਮੈਂ ਦਵਾਈ ਲੈਣੀ ਵੀ ਨਹੀਂ ਸੀ। ਮੈਂ ਕਹਿੰਦਾ ਸੀ ਵੀ ਗੁਰੂ ਜੀ ਆਉਣਗੇ, ਮੇਰਾ ਬੁਖਾਰ ਠੀਕ ਕਰਨਗੇ ਆ ਕੇ। ਇਹਨਾਂ ਨੂੰ ਬੇਟੀ ਜੀ ਆ ਗਈ, ਕਹਿੰਦੀ ਮੰਮਾ ਉੱਥੋਂ ਦਵਾਈ ਮਿਲੀ ਨਹੀਂ, ਮੈਂ ਉਧਰੋਂ ਲਿਆਉਣੀ ਆ। ਮੈਂ ਕਿਹਾ ਹੁਣ ਦਵਾਈ ਦੀ ਕੋਈ ਲੋੜ ਨਹੀਂ ਗੀ, ਗੁਰੂ ਜੀ ਆ ਗਏ। ਕਹਿੰਦੀ ਉਹ ਮੈਨੂੰ ਵੀ ਲੱਗਿਆ ਵੀ ਆ 2 ਕਾਰਾਂ ਖੜੀਆਂ। ਤੇ ਜਿਹੜੀ ਸੰਗਤ ਆਈ ਨਾਲ, ਹੁਣ ਉਹ ਸਾਰੇ ਜਾਣਦੇ ਸੀ ਸਾਨੂੰ। ਉਹ ਉੱਪਰ ਆ ਕੇ ਕਹਿੰਦੇ ਉਹ आपके घर आना था, हमें तो गुरु जी ये बोलकर लेकर आए हैं कि चलो अपना गुरु दिखाऊं आपको। सो ਇਹ ਜਿਹੀਆਂ ਮੇਰਾ ਕਰਦੇ ਰਹੇ ਨੇ ਗੁਰੂ ਜੀ। ਬਸ ਇਸੇ ਤਰ੍ਹਾਂ ਚੱਲਦਾ ਰਿਹਾ। ਹਾਂ, ਜੋ ਉਹ ਲਫ਼ਜ਼ ਕਹਿਣ, ਮਤਲਬ ਉਹ ਕਹਿੰਦੇ ਹੁੰਦੇ ਸੀ ਸਰੈਂਡਰ ਕਰੋ, ਵੀ ਤੁਹਾਨੂੰ ਸਭ ਕੁਝ ਮਿਲ ਜੂਗਾ। ਆਪਣੇ ਆਪ ਨੂੰ, ਬੋਡੀ, ਮਾਈਂਡ ਐਂਡ ਸੋਲ, ਸਾਰਾ ਕੁਝ ਸਰੈਂਡਰ ਕਰ ਦੋ, ਤੁਹਾਡੇ ਕੰਮ ਆਪਣੇ ਆਪ ਹੁੰਦੇ ਰਹਿਣਗੇ। ਫਿਰ ਅਸੀਂ ਰੈਂਟ ਤੇ ਰਹਿੰਦੇ ਸੀ। ਗੁਰੂ ਜੀ ਦੇ ਕੋਈ ਆਇਆ ਪ੍ਰੋਪਰਟੀ ਡੀਲਰ, ਲੁਧਿਆਣੇ ਦਾ ਹੀ ਸੀ। ਉਹਨੂੰ ਕਹਿੰਦੇ ਗੱਲ ਸੁਣ, ਕਹਿੰਦੇ ਇਹ ਮੇਰੇ ਪ੍ਰੋਫੈਸਰ ਨੇ, ਇਹਨਾਂ ਨੂੰ ਵਧੀਆ ਏਰੀਏ ਚ ਚੰਗਾ ਤੇ ਸਸਤਾ ਮਕਾਨ ਲੈ ਕੇ ਦੇ ਕੋਈ। ਹੁਣ ਪ੍ਰੋਪਰਟੀ ਡੀਲਰ ਨੇ ਸਮਝਿਆ ਹੋ ਵੀ ਗੁਰੂ ਜੀ ਨੇ ਐਵੇਂ ਕਹਿਤਾ, ਚਲ ਕੋਈ ਗੱਲ ਨਹੀਂ, ਉਹਨੇ ਗੱਲ ਨਾ ਗਾਲੀ। ਜਦੋਂ ਉਹ 15 ਦਿਨਾਂ ਬਾਅਦ ਗਿਆ, ਗੁਰੂ ਜੀ ਉਹਨੂੰ ਪੁੱਛਦੇ ਆ ਕਿਉਂ ਫਿਰ ਦੇਖਿਆ ਮਕਾਨ ਕੋਈ ਪ੍ਰੋਫੈਸਰ ਸਾਹਿਬ ਵਾਸਤੇ? ਕਹਿੰਦਾ ਗੁਰੂ ਜੀ ਟਾਈਮ ਨਹੀਂ ਲੱਗਿਆ ਮੈਨੂੰ ਤਾਂ। ਕਹਿੰਦੇ ਫਿਰ ਇੱਥੇ ਕੀ ਲੈਣ ਆਉਂਦੇ ਹੁੰਦੇ ਹੋ ਜੇ ਟਾਈਮ ਨਹੀਂ ਲੱਗਿਆ? ਵੀ ਮੈਂ ਤਾਂ ਆਪਦੇ ਭਗਤਾਂ ਨੂੰ ਸੂਈ ਦੇ ਨੱਕੇ ਵਿੱਚ ਦੀ ਕੱਢ ਦਿੰਦਾ, ਮੈਂ ਟੈਸਟ ਲੈਣਾ ਹੁੰਦਾ, ਸੁਭਾਵਿਕ ਗੱਲਾਂ ਕਹਿ ਕੇ। ਫਿਰ ਉੱਥੇ ਸ਼ਬਦ ਲੱਗਿਆ ਹੁੰਦਾ ਸੀ, ਗੁਰ ਪੀਰਾਂ ਦੀ ਚਾਕਰੀ ਅਤ ਔਖੀ ਸੁਖ ਸਾਰ। ਗੁਰੂਆਂ ਦੀ ਜਿਹੜੀ ਚਾਕਰੀ ਆ ਉਹ ਇੱਕ ਵਾਰੀ ਕਰਨੀ ਬਹੁਤ ਔਖੀ ਆ, ਪਰ ਜਦੋਂ ਤੁਸੀਂ ਉਸ ਢਾਂਚੇ 'ਚ ਫਿੱਟ ਹੋ ਜਾਓ ਤਾਂ ਤੁਹਾਨੂੰ ਸਾਰੇ ਸੁੱਖ ਹੀ ਸੁੱਖ ਪ੍ਰਾਪਤ ਹੁੰਦੇ ਨੇ। ਤਾਂ ਗੁਰੂ ਜੀ ਨੂੰ ਬੜਾ ਰਹਿੰਦਾ ਸੀ ਕਿ ਗੁਰੂ ਵੀ ਹੁਣ ਮਕਾਨ ਲਿਆ ਜਾਵੇ, ਹੈ ਨਾ। ਤੁਸੀਂ ਬਿਲੀਵ ਕਰੋ, ਇੱਕ ਇੰਡਸਟਰੀ ਆਫਿਸਰ ਸੀਗਾ, ਵੈਸੇ ਸਾਨੂੰ ਜਾਣਦਾ ਸੀ ਉਹ ਇੱਕ ਦਿਨ ਚੱਲ ਕੇ ਸਾਡੇ ਘਰੇ ਆਇਆ ਤੇ ਇਹਨਾਂ ਨੂੰ ਕਹਿੰਦਾ ਵੀ ਪ੍ਰੋਫੈਸਰ ਸਾਹਿਬ ਮੇਰੇ ਕੋਲ ਨਾ ਇੱਕ ਉੱਥੇ ਫਿਰੋਜ਼ਪੁਰ ਰੋਡ ਤੇ HIG ਫਲੈਟਸ ਬਣਨੇ ਸੀ ਨਵੇਂ, ਵੀ ਇੱਕ ਤਾਂ ਮੈਨੂੰ ਵੈਸੇ ਅਲਾਟ ਹੋ ਗਿਆ, ਇੱਕ ਕਹਿੰਦਾ ਮੈਂ CM ਤੋਂ ਕਰਾ ਲਿਆ, ਵੀ ਚੱਲ ਇੱਕ ਤੁਸੀਂ ਲੈ ਲਓ ਮੇਰੇ ਤੋਂ ਬਿਨਾਂ ਕਿਸੇ ਪ੍ਰੀਮੀਅਮ ਤੇ। ਉਹਦੀ ਇੱਕ ਕਿਸ਼ਤ ਭਰੀ ਨਹੀਂ ਹੋਈ, ਵੀ ਚੱਲ ਤੁਸੀਂ ਕਿਸ਼ਤਾਂ ਭਰ ਲਓ। ਹਲੇ ਉਹਨਾਂ ਦੀ ਪਲੇਨਥੀ ਭਰੀ ਸੀ, ਬਣੇ ਨਹੀਂ ਸੀ, ਨਾਲ ਦੀ ਨਾਲ ਕਿਸ਼ਤਾਂ ਭਰਨੀਆਂ ਸੀ ਤੇ ਬਣਨੇ ਸੀ। ਅਸੀਂ ਸੋਚਿਆ ਵੀ ਚਲੋ ਦੇਖਦੇ ਆ ਕਿੰਨੇ ਖੁੱਲੇ ਆ ਕਿਵੇਂ ਆ, ਹਨਾ। ਤੁਸੀਂ ਸੱਚ ਮੰਨਿਓ, ਉਸੇ ਦਿਨ ਸ਼ਾਮ ਨੂੰ ਗੁਰੂ ਜੀ ਘਰੇ ਆ ਗਏ। ਗੁਰੂ ਜੀ ਘਰ ਆਏ, ਅਸੀਂ ਉਹਨਾਂ ਨੂੰ ਦੱਸਿਆ ਵੀ ਗੁਰੂ ਜੀ ਅੱਜ ਉਹ ਜਿਹੜਾ ਇੰਡਸਟਰੀ ਆਫਿਸਰ ਆ ਰੰਧਾਵਾ ਇੱਥੇ ਘਰ ਆਇਆ ਸੀ, ਵੀ ਉਹ ਕਹਿੰਦਾ ਮੈਂ ਇੱਕ CM ਤੋਂ ਅਲਾਟ ਕਰਾ ਲਿਆ, ਇੱਕ ਮੈਨੂੰ ਵੈਸੇ ਹੋ ਗਿਆ, ਵੀ ਇੱਕ ਫਲੈਟ ਤੁਸੀਂ ਲੈ ਲਓ ਮੇਰੇ ਤੋਂ। ਗੁਰੂ ਜੀ ਕਹਿੰਦੇ ਬਹੁਤ ਵਧੀਆ, ਠੀਕ ਆ। ਕਹਿੰਦੇ ਉਹਦਾ ਨੀਂਹ ਪੱਥਰ ਮੈਂ ਹੀ ਰੱਖਿਆ ਹੋਇਆ। ਚਲੋ ਜੀ, ਮਕਾਨ ਦਵਾਤਾ ਗੁਰੂ ਜੀ ਨੇ। ਤੇ ਫਿਰ ਹੁਣ ਬੱਚਿਆਂ ਦੀ ਐਜੂਕੇਸ਼ਨ ਦਾ ਸਵਾਲ ਆਇਆ। ਵੱਡੀ ਬੇਟੀ ਸੀ, ਉਹਨੇ PMT ਵਗੈਰਾ ਦੇ ਮੈਡੀਕਲ ਐਂਟਰੈਂਸ ਦੇ ਐਗਜ਼ਾਮ ਦਿੱਤੇ ਤੇ ਉਹਨੂੰ BDS 'ਚ ਐਡਮਿਸ਼ਨ ਮਿਲੇ।
ਸਾਨੂੰ ਸੀ ਵੀ ਨਹੀਂ MBBS ਹੋਵੇ। ਅਸੀਂ ਗੁਰੂ ਜੀ ਕੋਲੇ ਗਏ, ਗੁਰੂ ਜੀ ਨੇ ਦੱਸਿਆ ਵੀ ਗੁਰੂ ਜੀ ਇਸ ਤਰ੍ਹਾਂ ਕਰਕੇ ਇਹਨੂੰ BDS 'ਚ ਐਡਮਿਸ਼ਨ ਮਿਲੀ ਆ। गुरु जी कहते बढ़िया है, 32 दंदों का सर्वनाश करेगी, MBBS करेगी तो MD करनी जरूरी है। MBBS की कोई बुकत नहीं, ये तो आपदी चेयर लाओ BDS की होवे ते 32 वारी थोड़े कोले पेशेंट आऊगा। सो गुरु जी की कृपा दे नाल बेटी ने BDS कर ली। BDS की तो तीसरे दिन बाद ही ਉਹਨੂੰ ਲੁਧਿਆਣੇ ਇੱਕ ਹਸਪੀਟਲ 'ਚ ਜੌਬ ਮਿਲ ਗਈ, ਉੱਥੇ ਕਰਦੀ ਰਹੀ। ਫਿਰ ਉਹਦੀ ਮੈਰਿਜ ਹੋਈ, ਗੁੜਗਾਉਂ ਆ ਗਈ। ਗੁੜਗਾਉਂ ਵੀ ਇੱਕ ਸੁਪਰ ਸਪੈਸ਼ਲਟੀ ਹਸਪੀਟਲ ਸੀ, ਉੱਥੇ ਜੌਬ ਕੀਤੀ ਉਹਨੇ। ਫਿਰ ਉਹ ਲੜਕਾ ਇੱਥੇ ਅਮਰੀਕਾ H1 ਤੇ ਆਏ ਹੋਏ ਸੀ, ਇੱਥੇ ਨਾਲ ਆ ਗਈ। ਇੱਥੇ ਆਈ ਤਾਂ ਥੋੜੇ ਜਿਹੇ ਕ੍ਰੈਡਿਟ ਕਰਦੀ ਰਹੀ, ਪਰ ਉਹਨੇ ਸਕੂਲ ਕੋਈ ਜੁਆਇਨ ਨਹੀਂ ਕੀਤਾ। ਸਾਰੇ ਉਹਨੇ ਜੋ ਵੀ ਪ੍ਰੈਕਟਿਸ ਇੰਡੀਆ 'ਚ ਕੀਤੀ ਹੋਈ ਸੀ ਉਹਦੇ ਉਹ ਕ੍ਰੈਡਿਟ ਕਾਊਂਟ ਹੋ ਗਏ। ਤੇ ਬਿਲੀਵ ਕਰਿਓ, ਇਹ ਗੁਰੂ ਜੀ ਦੀ ਮਿਹਰ ਸਦਕਾ ਉਸ ਨੂੰ ਬੋਸਟਨ ਬਰਕਸ਼ਾਇਰ ਕਾਉਂਟੀ ਦੇ ਵਿੱਚ ਇੱਕ ਹਸਪੀਟਲ ਦੇ ਵਿੱਚ ਜੌਬ ਮਿਲ ਗਈ, ਵਿਦਾਊਟ ਐਨੀ ਐਗਜ਼ਾਮ, ਵਿਦਾਊਟ ਐਨੀਥਿੰਗ। ਜਿਸ ਦਿਨ ਉਹਦੀ ਅਪਾਇੰਟਮੈਂਟ ਹੋਈ ਬੜੀ ਸੈਂਟੀਮੈਂਟਲ ਹੋਈ ਉਹ ਵੀ, ਤੇ ਉਹਨੇ ਸਾਨੂੰ ਕਾਲ ਕੀਤੀ, ਅਸੀਂ ਇੰਡੀਆ ਸੀ ਉਦੋਂ, ਕਿ ਮੰਮਾ ਤੁਸੀਂ ਬਿਲੀਵ ਕਰ ਸਕਦੇ ਹੋ ਗੁਰੂ ਜੀ ਦੀ ਮਿਹਰ ਦੇਖੋ ਵੀ ਤੁਹਾਡੀ ਬੇਟੀ ਅੱਜ ਅਮਰੀਕਾ ਜਾ ਕੇ ਬਿਨਾਂ ਕੋਈ ਐਗਜ਼ਾਮ ਪਾਸ ਕੀਤਿਆਂ ਡਾਕਟਰ ਲੱਗ ਗਿਆ। ਉਹਨੇ 5 ਸਾਲ ਦਾ ਕੰਟਰੈਕਟ ਕੀਤਾ ਉਹਨਾਂ ਨਾਲ, ਤੇ ਉਸ ਤੋਂ ਬਾਅਦ ਉਹਨੇ ਹਾਇਰ ਸਟੱਡੀ ਕੀਤੀ, ਐਗਜ਼ਾਮ ਦਿੱਤਾ ਐਂਟਰੈਂਸ ਹਾਇਰ ਸਟੱਡੀ ਵਾਸਤੇ, ਟੈਸਟ ਹੋਇਆ ਉਹਦਾ। ਤਾਂ ਤੁਸੀਂ ਯਕੀਨ ਮੰਨਿਓ ਕਿ ਉਸ ਨੇ ਫੈਡਰਲ ਫੰਡਿੰਗ ਦੇ ਵਿੱਚੋਂ ਉਹਨੂੰ $50,000 ਸਕਾਲਰਸ਼ਿਪ ਮਿਲਿਆ, ਔਰ ਐਜੂਕੇਸ਼ਨ ਫ੍ਰੀ ਹੋਈ ਉਹਦੀ। ਸਕਾਲਰਸ਼ਿਪ ਤਾਂ ਉਹਨੂੰ ਵੈਸੇ ਮਿਲਿਆ, ਫੀਸ ਫੂਸ ਨਹੀਂ ਦੇਣੀ ਪਈ ਕੋਈ ਉਸਨੂੰ। ਤੇ ਹੁਣ ਇਸ ਟਾਈਮ ਵਰਜੀਨੀਆ ਉਹਦਾ ਆਪਣਾ ਕਲੀਨਿਕ ਖੋਲਿਆ ਹੋਇਆ, ਗੁਰੂ ਜੀ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ। ਉਸ ਤੋਂ ਛੋਟੀ ਬੇਟੀ ਉਹਨੇ MSc ਹਿਊਮਨ ਬਾਇਓਲੋਜੀ ਕੀਤੀ, ਹਿਊਮਨ ਬਾਇਓਲੋਜੀ ਦੀ MSc ਕਰਕੇ ਫਿਰ ਉਹਨੇ PhD ਕੀਤੀ, ਸਰੋਲੋਜੀਕਲ ਮੋਰਫੋਲੋਜੀਕਲ ਸਟੱਡੀ ਆਫ ਟਵਿਨਸ। ਉਹਦੀ ਮੈਰਿਜ ਹੋਈ, ਉਹ ਵੀ ਲੜਕਾ H1 ਤੇ ਸੀ, ਇੱਥੇ US ਤੋਂ ਹੀ ਗਿਆ ਸੀ, ਉਹ ਕੈਲੀਫੋਰਨੀਆ ਰਹਿੰਦੇ ਸੀ। ਇੱਥੇ ਉਹਦੀ PhD ਐਜ਼ ਇਟ ਇਜ਼ ਅਪਰੂਵ ਹੋ ਗਈ। ਤੇ ਅੱਜ ਕੱਲ ਇਹ ਇੱਕ ਥਰਮੋ ਫਿਸ਼ਰ ਸਾਇੰਟਿਫਿਕ ਟੈਕਨੋਲੋਜੀ ਕੰਪਨੀ ਆ, ਜਿਹੜੀ ਕਿ ਕੋਵਿਡ ਤੇ ਵੀ ਕਾਫੀ ਕੰਮ ਕਰ ਰਹੀ ਆ। ਬਾਕੀ ਤੁਸੀਂ ਸਭ ਪੜ੍ਹੇ ਲਿਖੇ ਹੋ, ਤੁਹਾਨੂੰ ਉਹਦੇ ਬਾਰੇ ਜ਼ਰੂਰ ਨੌਲੇਜ ਹੋਊਗੀ। ਉਹਦੇ ਵਿੱਚ ਸਟਾਫ ਸਾਇੰਟਿਸਟ ਲੱਗੀ ਹੋਈ ਆ, ਬੜੀ ਅੱਛੀ ਜੌਬ ਆ ਉਹਦੀ। ਛੋਟੀ ਹੈ ਜਿਹੜੀ, ਉਹਨੇ MBA ਕੀਤੀ ਇੰਡੀਆ ਤੇ 3 ਸਾਲ ਕੈਨੇਡਾ ਗਈ ਸੀ, ਸਿਟੀਜ਼ਨ ਹੋ ਕੇ ਵਾਪਸ ਆ ਗਈ ਸੀ, MBA ਕੀਤੀ। ਉਹ ਇੰਡੀਆ ਹੀ ਰਹਿ ਰਹੀ ਹੈ ਕਿਉਂਕਿ ਉਹਦੇ ਇਨ-ਲॉज ਨੇ ਜਿਹੜੇ, ਉਹ ਲੜਕਾ ਬਾਹਰ ਆਉਣਾ ਪਸੰਦ ਨਹੀਂ ਸੀ ਕੀਤਾ ਉਹਨਾਂ ਨੇ। ਉਹ ਕਹਿੰਦੇ ਵੀ ਬੜੀ ਪ੍ਰਾਪਰਟੀ ਆ, ਵੀ ਸਾਡਾ ਬੱਚਾ ਬਾਹਰ ਨਹੀਂ ਜਾਊਗਾ, ਪਰ ਮੈਰਿਜ ਜ਼ਰੂਰ ਕਰਨੀ ਆ। ਬਾਕੀ ਜਦੋਂ ਬੱਚਿਆਂ ਦੀਆਂ ਸ਼ਾਦੀਆਂ ਹੋਈਆਂ, ਤਿੰਨਾਂ ਦੀ ਸ਼ਾਦੀ ਵਾਰੀ ਜਦੋਂ ਅਸੀਂ ਜਾਣਾ ਗੁਰੂ ਜੀ ਕੋਲੇ, ਫੋਟੋ ਲੈ ਕੇ ਜਾਂਦਿਆਂ ਹੀ, ਬੈਠਣ ਤੋਂ ਪਹਿਲਾਂ ਹੀ ਮੱਥਾ ਟੇਕਦੇ ਸਾਰੀ, ਹਾਂਜੀ ਪ੍ਰੋਫੈਸਰ ਸਾਹਿਬ ਲਿਆਓ ਫਿਰ ਜਿਹੜੀ ਮੁੰਡੇ ਦੀ ਫੋਟੋ ਲੈ ਕੇ ਆਇਆ, ਕੱਢੋ ਜੇਬ ਚੋਂ ਦਿਖਾਓ। ਦੇਖ ਕੇ ਕਹਿੰਦੇ ਸੀ ਵੀ ਬਹੁਤ ਨੇਕ ਫੈਮਿਲੀ ਦਾ ਲੜਕਾ ਹੈ, ਤੁਸੀਂ ਰਿਸ਼ਤਾ ਕਰ ਦਿਓ। ਚਲੋ ਜੀ, ਰਿਸ਼ਤੇ ਹੋ ਗਏ। ਗੁਰੂ ਜੀ ਕਹਿੰਦੇ ਵੀ ਦੇਖੋ ਵੀ ਜੇ ਮੈਂ ਆਊਂ ਵਿਆਹ 'ਚ ਤਾਂ ਆਪਣਾ ਖਰਚਾ ਬਹੁਤ ਵੱਧ ਜੂਗਾ,
ਵੀ ਤੁਸੀਂ ਮੈਨੂੰ ਹਾਜ਼ਰ ਸਮਝੋ, ਪਰ ਸੰਗਤ ਚੋਂ ਬੰਦੇ ਜ਼ਰੂਰ ਪਹੁੰਚਣਗੇ। ਅਸੀਂ ਜਦੋਂ ਵਿਆਹ ਦੇ ਕਾਰਡ ਲੈ ਕੇ ਗਏ ਤਾਂ ਜਾਂਦੇ ਹੀ ਕਹਿੰਦੇ ਲਿਆਓ ਮੇਰਾ ਕਾਰਡ ਦਿਓ ਪਹਿਲਾਂ। ਅਸੀਂ ਕਿਹਾ ਲਓ ਗੁਰੂ ਜੀ ਸਭ ਕੁਝ ਤੁਹਾਡਾ ਹੀ ਆ। ਤਿੰਨਾਂ ਵਿਆਹਾਂ 'ਚ ਗੁਰੂ ਜੀ ਦੀ ਸੰਗਤ ਪਹੁੰਚਦੀ ਰਹੀ ਹਮੇਸ਼ਾ ਹੀ। ਕੁਛ ਬੰਦੇ ਭੇਜਦੇ ਸੀ, ਉਹ ਕਹਿੰਦੇ ਸੀ ਨਹੀਂ ਫਿਰ ਆਪਾਂ ਲੜਕੀ ਦਾ ਵਿਆਹ ਵਾ, ਖਰਚਾ ਬਹੁਤ ਵੱਧ ਜਾਣਾ। ਕਹਿੰਦੇ ਜਿੰਨਾ ਕੋਲ ਫਾਲਤੂ ਪੈਸਾ ਹੁੰਦਾ ਉਹਨਾਂ ਦਾ ਖਰਚਾ ਕਰਵਾਉਣਾ ਚਾਹੀਦਾ, ਵੀ ਆਪਣੀ ਤਾਂ ਨੇਕ ਕਮਾਈ ਆ। ਇਸ ਗੱਲ ਤੇ ਉਹ ਬਹੁਤ ਜ਼ੋਰ ਦਿੰਦੇ ਸੀ ਵੀ ਕਮਾਈ ਨੇਕ ਕਰੋ। ਕਈ ਜਿਹੜੇ ਕਰਪਸ਼ਨ ਦੇ ਮਹਿਕਮੇ ਸੀ ਉਹਨਾਂ ਨੂੰ ਉਹ ਬਹੁਤ ਕਹਿੰਦੇ ਹੁੰਦੇ ਸੀ, ਕਹਿੰਦੇ ਇਹ ਨਾਲ ਨਹੀਂ ਜਾਣੀ ਹੈਗੀ, ਸਿਰਫ ਨੇਕ ਕਮਾਈ ਨਾਲ ਜਾਣੀ ਆ। ਵੀ ਜੇ ਮਨ ਹੋਵੇ ਚੰਗਾ ਤਾਂ ਨਲਕੇ ਦਾ ਪਾਣੀ ਵੀ ਗੰਗਾ। ਉਸ ਬੰਦੇ ਨੂੰ ਕਹਿੰਦੇ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਬਾਕੀ ਇੱਧਰ ਉੱਧਰ ਧਰਮਾਂ 'ਚ ਭਟਕਣ ਦੀ ਲੋੜ ਨਹੀਂ। ਜਿਹੜਾ ਤੁਹਾਡਾ ਗੁਰੂ ਹੈਗਾ, ਜਿਸ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ, ਉਸੇ ਦੀ ਪੂਜਾ ਕਰੋ। ਗੁਰੂ ਜੀ ਦੇ ਦਰਬਾਰ 'ਚ ਹਰ ਧਰਮ ਦੇ ਲੋਕ ਆਉਂਦੇ ਸੀ। ਉੱਥੇ ਜਾਣੀ ਤੁਸੀਂ ਸੱਚ ਮੰਨੋਗੇ ਵੀ ਮਲੇਰਕੋਟਲੇ ਦਾ ਰਾਜਾ ਨਵਾਬ ਸਾਹਿਬ, ਉਹਨਾਂ ਦੀ ਬੇਗਮ, ਉਹ ਵੀ ਉੱਥੇ ਆਉਂਦੀ ਸੀ ਗੁਰੂ ਜੀ ਦੇ ਕੋਲ, ਕਿਉਂਕਿ ਬੇਗਮ ਸਾਹਿਬ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਸੀ। ਅਸੀਂ ਵੀ ਦੇਖ ਕੇ ਬੜੇ ਹੈਰਾਨ ਹੋਏ ਜਦੋਂ ਅਸੀਂ ਉਹਨੂੰ ਬੈਠੀ ਦੇਖਿਆ। ਅਸੀਂ ਕਿਹਾ ਬੇਗਮ ਸਾਹਿਬ ਤੁਸੀਂ ਵੀ ਇੱਥੇ ਪਹੁੰਚ ਗਏ? ਕਹਿੰਦੇ ਜੀ ਮਹਾਂਪੁਰਸ਼ ਤਾਂ ਸਾਰੇ ਸਭ ਦੇ ਸਾਂਝੇ ਹੁੰਦੇ ਨੇ। ਗੁਰੂ ਜੀ ਵੀ ਕਹਿੰਦੇ ਹੁੰਦੇ ਸੀ, ਕਹਿੰਦੇ ਏਕ ਦ੍ਰਿਸ਼ਟ ਸੇ ਸਮ ਕਰ ਜਾਣੇ ਜੋਗੀ ਕਹੀਏ ਸੋਈ। ਸੋ ਇਸ ਤਰ੍ਹਾਂ ਉਹਨਾਂ ਦੀਆਂ ਹੋਰ ਵੀ ਬਹੁਤ ਬਹੁਤ ਸਾਡੇ ਨਾਲ ਸਾਂਝਾਂ ਨੇ, ਜਿਹੜੀਆਂ ਕਿ ਸਮੇਂ ਸਮੇਂ ਸਿਰ ਜਦੋਂ ਗੁਰੂ ਜੀ ਹੁਕਮ ਕਰਿਆ ਕਰਨਗੇ ਤੁਹਾਨੂੰ ਦੱਸਦੇ ਰਹਾਂਗੇ ਜਦੋਂ ਵੀ ਮੌਕਾ ਮਿਲੇਗਾ। ਤੇ ਮਿਲਦੇ ਰਹਾਂਗੇ। ਬਾਕੀ ਤੁਸੀਂ ਹੈਰਾਨ ਹੋਵੋਗੇ ਕਿ ਤਿੰਨਾਂ ਬੇਟੀਆਂ ਦੇ ਹਸਬੈਂਡ ਇਲੈਕਟ੍ਰੀਕਲ ਇੰਜੀਨੀਅਰ ਨੇ, ਤੇ ਜਿਹੜੇ ਬੇਟੇ ਇੱਥੇ ਨੇ ਦੋਨੋਂ ਬਹੁਤ ਅੱਛੀਆਂ ਟੌਪ ਦੀਆਂ ਜੌਬਸ ਤੇ ਨੇ। ਇੱਕ ਇੰਸਟੀਚਿਊਟ ਦੇ ਵਿੱਚ ਉਹ ਜਿਹੜੇ ਟਰਬੋਟੈਕਸ ਦੇ ਸੌਫਟਵੇਅਰ ਡਿਵੈਲਪਰ ਨੇ, ਦੂਸਰੇ ਇੱਕ ਕੰਪਨੀ 'ਚ ਮੈਨੇਜਰ ਲੱਗੇ ਹੋਏ ਨੇ। ਸੋ ਗੁਰੂ ਜੀ ਦੀ ਕਿਰਪਾ, ਜਿੱਥੇ ਉਹਨਾਂ ਦੀ ਕਿਰਪਾ ਹੋ ਜਾਵੇ ਉੱਥੇ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਰਹਿੰਦਾ। ਪਰ ਹਾਂ ਇਹ ਵੀ ਹੈ ਵੀ ਸਾਨੂੰ ਤਾਂ ਇੰਨਾ ਇੱਕ ਖੁਮਾਰੀ ਚੜੀ ਰਹਿੰਦੀ ਸੀ ਹਰ ਟਾਈਮ। ਜਿਸ ਤਰ੍ਹਾਂ ਤੁਸੀਂ ਸੱਚ ਮੰਨਿਓ ਵੀ ਅਸੀਂ ਅੰਮ੍ਰਿਤਸਰ ਬੇਟੀ ਨੂੰ ਮਿਲਣ ਗਏ ਆ, ਵੱਡੀ ਬੇਟੀ ਨੇ ਉੱਥੋਂ BDS ਕੀਤੀ ਸੀ। ਟਿਕਟ ਸਾਡੀ ਹੈਗੀ ਲਈ ਹੋਈ ਬੁਕਿੰਗ ਅੰਮ੍ਰਿਤਸਰ ਟੂ ਲੁਧਿਆਣਾ। ਜਦੋਂ ਜਲੰਧਰ ਕੈਂਟ ਦੇ ਸਟੇਸ਼ਨ ਤੇ ਆ ਕੇ ਟ੍ਰੇਨ ਰੁਕੀ ਤਾਂ ਇੱਕਦਮ ਇੱਕ ਦੂਜੇ ਨੂੰ ਕਹਿੰਦੇ ਵੀ ਆਪਾਂ ਉੱਤਰ ਚਲੀਏ, ਇੱਥੇ ਗੁਰੂ ਜੀ ਕੋਲੇ ਹੋ ਚੱਲਦੇ ਆ। ਉੱਥੇ ਉਤਰੇ, ਰਿਕਸ਼ਾ ਲਿਆ, ਗੁਰੂ ਜੀ ਦੇ ਦਰਬਾਰ ਪਹੁੰਚੇ। ਸ਼ਾਮ ਦਾ ਟਾਈਮ ਸੀ ਤੇ ਗੁਰੂ ਜੀ ਮੰਦਿਰ ਦੇ ਬਾਹਰ ਗੱਡੀ ਖੜੀ ਆ, ਸਾਡਾ ਇੰਤਜ਼ਾਰ ਕਰ ਰਹੇ ਨੇ। ਜਾਂਦੇ ਐ ਗੇੜੇ ਦੇ ਰਹੇ ਨੇ। ਜਦੋਂ ਅਸੀਂ ਰਿਕਸ਼ੇ 'ਚ ਉਤਰਦੇ ਆ, ਆ ਜਾਓ ਕਹਿੰਦੇ ਮੈਂ ਤੁਹਾਡੀ ਵੇਟ ਕਰ ਰਿਹਾ ਸੀਗਾ ਬਈ ਲੁਧਿਆਣੇ ਨਹੀਂ ਜਾਣਾ ਸੀ, ਮੈਨੂੰ ਪਤਾ ਸੀਗਾ ਵੀ ਤੁਸੀਂ ਮੁੜ ਕੇ ਆਉਂਦੇ ਇੱਥੇ ਜ਼ਰੂਰ ਉਤਰ ਜਾਣਾ ਵਾ। ਚਲੋ ਸਾਨੂੰ ਆਪਣੇ ਨਾਲ ਬਿਠਾਇਆ ਤੇ ਲੈ ਕੇ ਲੁਧਿਆਣੇ ਨੂੰ ਚਲੇ ਗਏ। ਹਾਂਜੀ, ਇੱਕ 67 'ਚ ਮੇਲ ਹੋਇਆ ਤੇ 92 'ਚ 25 ਸਾਲ ਹੋ ਗਏ ਸੀ। ਤਾਂ ਸੰਗਤ ਦੇ ਵਿੱਚੋਂ ਉਹਨਾਂ ਨੇ ਕਿਸੇ ਨੂੰ ਕਹਿ ਕੇ ਜਾਂ ਕਿਵੇਂ ਵੀ ਸਮੋਸੇ ਤੇ ਜਲੇਬੀਆਂ ਮੰਗਵਾਈਆਂ। ਜਦੋਂ ਸਮੋਸੇ ਤੇ ਜਲੇਬੀਆਂ ਉੱਥੇ ਮੰਦਿਰ 'ਚ ਪਹੁੰਚ ਗਏ ਤਾਂ ਸੇਵਾਦਾਰ ਕਹਿੰਦੇ ਵੀ ਗੁਰੂ ਜੀ ਫਿਰ ਕਰੀਏ ਸਰਵ ਇਹ? ਗੁਰੂ ਜੀ ਉਹਨਾਂ ਨੂੰ ਕਹਿੰਦੇ ਨੇ ਨਹੀਂ ਨਹੀਂ ਰੁਕ ਜਾਓ, ਹਲੇ ਉਹ ਪੰਨੂ ਸਾਹਿਬ ਹੁਣੀ ਆ ਰਹੇ ਨੇ, ਚੱਲੇ ਹੋਏ ਨੇ। 2:10 ਤੇ ਉਹਨਾਂ ਨੇ ਮੰਦਿਰ 'ਚ ਪਹੁੰਚ ਜਾਣਾ, ਉਹਨਾਂ ਆਇਆਂ ਤੋਂ ਸਰਵ ਕਰਿਓ। ਸਹੀ 2:10 ਤੇ ਅਸੀਂ ਪਹੁੰਚ ਗਏ। ਕਿਉਂਕਿ ਮੈਂ ਤੁਹਾਨੂੰ ਇਹ ਵੀ ਦੱਸਦਿਆਂ ਇੱਥੇ ਵੀ ਸਾਡੇ ਕੋਲ ਕੋਈ ਕਾਰ ਨਹੀਂ ਸੀ, ਕੋਈ ਟੈਲੀਫੋਨ ਨਹੀਂ ਸੀ।
ਅਸੀਂ ਪਹਿਲਾਂ ਆਪਣੇ ਘਰੋਂ ਇੱਕ ਆਟੋ ਲੈਂਦੇ ਸੀ ਇੱਕ ਜਗ੍ਹਾ ਤੱਕ, ਫਿਰ ਇੱਕ ਹੋਰ ਆਟੋ ਲੈਂਦੇ ਸੀ, ਫਿਰ ਅਸੀਂ ਜਲੰਧਰ ਬਾਈਪਾਸ ਤੇ ਪਹੁੰਚਦੇ ਸੀ, ਉੱਥੋਂ ਬੱਸ ਲੈਂਦੇ ਸੀ ਤਾਂ ਗੁਰੂ ਜੀ ਦੇ ਦਰਬਾਰ ਪਹੁੰਚਦੇ ਸੀ। ਉੱਥੇ ਵੀ ਮਤਲਬ ਜਿੱਥੋਂ ਡਿਫੈਂਸ ਕਲੋਨੀ ਨੂੰ ਗੁਰੂ ਜੀ ਦੇ ਮੰਦਿਰ ਨੂੰ ਰਸਤਾ ਜਾਂਦਾ ਨਾ, ਖਾਲਸਾ ਕਾਲਜ ਦੇ ਮੂਹਰ ਦੀ, ਜੇ ਬੱਸ ਉੱਥੇ ਰੁਕ ਜਾਣੀ ਤਾਂ ਸਾਡੀ ਕੋਸ਼ਿਸ਼ ਹੋਣੀ ਵੀ ਇੱਥੇ ਫਟਾਫਟ ਉਤਰ ਜਾਈਏ ਜੇ ਬੱਸ ਰੁਕਦੀ ਆ। ਉੱਥੋਂ ਰਿਕਸ਼ਾ ਲੈ ਲੈਣਾ, ਮਨ ਇੰਨਾ ਕਾਲਾ ਪੈ ਜਾਣਾ ਵੀ ਉੱਡ ਕੇ ਜਾਣੀ ਮੰਦਿਰ ਚ ਚਲੇ ਜਾਈਏ ਛੇਤੀ। ਤੇ ਅਸੀਂ ਜੀ 2:10 ਤੇ ਪਹੁੰਚ ਗਏ, ਜਾ ਕੇ ਮੱਥਾ ਟੇਕਿਆ, ਬੈਠ ਗਏ। ਉੱਥੇ ਕੁਛ ਸੰਗਤ ਜਿਹੜੇ ਹੋਰ ਬੈਠੇ ਸੀ, ਜਿਨ੍ਹਾਂ ਨੇ ਸੁਣਿਆ ਵੀ ਉਹ ਆ ਰਹੇ ਨੇ 2:10 ਤੇ, ਤਾਂ ਉਹ ਮੈਨੂੰ ਪੁੱਛਦੀ ਹੈ ਇੱਕ ਲੇਡੀ ਵੀ ਤੁਹਾਡੀ ਗੁਰੂ ਜੀ ਨਾਲ ਕੋਈ ਫੋਨ ਤੇ ਗੱਲ ਹੋਈ ਸੀ? ਮੈਂ ਕਿਹਾ ਨਹੀਂ, ਕੀ ਗੱਲ? ਆਖੇ ਗੁਰੂ ਜੀ ਨੇ ਕਿਹਾ ਵੀ ਰੁਕ ਜਾਓ, ਵੀ ਉਹ ਲੰਗਰ ਪ੍ਰਸ਼ਾਦ ਵਰਤਾਉਣ ਲੱਗੇ ਸੀ, ਵੀ 2:10 ਤੇ ਉਹਨਾਂ ਨੇ ਇੱਥੇ ਪਹੁੰਚ ਜਾਣਾ, ਉਦੋਂ ਬਾਅਦ ਵਰਤਾਇਓ। ਫਿਰ ਉਹ ਸੇਵਾਦਾਰਾਂ ਨੂੰ ਕਹਿੰਦੇ ਨੇ ਹੁਣ ਲਿਆਓ, ਕਹਿੰਦੇ ਲੰਗਰ। ਅਸਲ ਚ ਕਹਿੰਦੇ ਅੱਜ ਸਾਡੀ 25 ਸਾਲਾ ਐਨਵਰਸਰੀ ਹੈ ਮੁਲਾਕਾਤ ਦੀ, ਕਿਉਂਕਿ 67 ਦੇ ਵਿੱਚ ਤੋਂ ਲੈ ਕੇ 92 ਅਕਤੂਬਰ ਦੇ ਵਿੱਚ, ਔਰ ਸਾਨੂੰ ਬਿਲਕੁਲ ਇਹ ਯਾਦ ਨਹੀਂ ਸੀ ਵੀ ਅੱਜ ਸਾਡੀ 25 ਸਾਲਾ ਐਨਵਰਸਰੀ ਹੈ। ਕਹਿੰਦੇ ਸਾਡੀ ਮੁਲਾਕਾਤ ਦੀ, ਉਹ ਫਿਰ ਲੇਡੀਜ਼ ਕਹਿੰਦੀਆਂ ਵੀ ਤੁਹਾਨੂੰ ਪਤਾ ਸੀਗਾ, ਤੁਸੀਂ ਕਿਆ ਗੱਲ ਹੋਈ ਸੀ ਕੋਈ? ਮੈਂ ਕਿਹਾ ਸਾਨੂੰ ਤਾਂ ਬਿਲਕੁਲ ਵੀ ਨਹੀਂ ਪਤਾ ਇਸ ਗੱਲ ਦਾ, ਤਾਂ ਗੁਰੂ ਜੀ ਹੁਣ ਦੱਸ ਰਹੇ ਆ। ਹਾਂ, ਕਾਊਂਟ ਕਰਕੇ ਫਿਰ ਇਹ ਜ਼ਰੂਰ ਦੱਸਿਆ ਵੀ ਵਾਕਈ ਵੀ ਪੰਨੂ ਅੰਕਲ ਨੂੰ ਮਿਲਿਆ ਨੂੰ ਗੁਰੂ ਜੀ ਨੂੰ 25 ਸਾਲ ਹੋ ਗਏ। ਸੋ ਸੰਗਤ ਜੀ, ਇਸ ਤਰ੍ਹਾਂ ਦਾ ਗੁਰੂ ਜੀ ਨਾਲ ਪਿਆਰ ਸੀ, ਕਾਫੀ ਹੋਰ ਸਤਸੰਗ ਨੇ, ਕਿਉਂਕਿ ਸਾਡੀ ਤਾਂ ਲਾਈਫ ਉਹਨਾਂ ਦੇ ਨਾਲ ਬਹੁਤ ਬਤੀਤ ਹੋਈ ਆ। ਇੰਨੇ ਉਹਨਾਂ ਨੇ ਮਿਰੇਕਲ ਕੀਤੇ ਨੇ, ਕਿੱਥੋਂ ਕਿੱਥੋਂ ਸਾਡੀ ਮਦਦ ਕੀਤੀ ਹੈ, ਕਿਸ ਤਰ੍ਹਾਂ ਮਿਹਰ ਭਰਿਆ ਹੱਥ ਰੱਖਿਆ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਰਵਾਈਨ ਦੀ ਸੰਗਤ ਦਾ ਤੇ ਉਸ ਬੇਟੀ ਦਾ, ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਵੀ ਤੁਹਾਡੇ ਨਾਲ ਸਤਸੰਗ ਸਾਂਝਾ ਕਰਾਂ। ਮੈਂ ਹੁਣ ਇੱਥੇ ਕਲੋਜ਼ ਕਰਨਾ ਚਾਹੂੰਗੀ। ਜੈ ਗੁਰੂ ਜੀ, ਨਮਸਕਾਰ ਸੰਗਤ ਜੀ। ਜਦੋਂ ਕਦੇ ਫਿਰ ਮੌਕਾ ਮਿਲਿਆ, ਗੁਰੂ ਜੀ ਦੀ ਮਿਹਰ ਹੋਈ, ਗੁਰੂ ਜੀ ਨੇ ਹੁਕਮ ਕੀਤਾ ਤਾਂ ਹੋਰ ਨਵੇਂ ਸਤਸੰਗ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਜੈ ਗੁਰੂ ਜੀ। ਮੈਂ ਇੱਕ ਵਾਰੀ ਫਿਰ ਇਰਵਾਈਨ ਦੀ ਸੰਗਤ ਦੀ ਬਹੁਤ ਧੰਨਵਾਦੀ ਹਾਂ। ਥੈਂਕ ਯੂ ਜੀ। जय गुरु जी। जय गुरु जी। थैंक यू सो मच आंटी, इतना आनंद आया आंटी। थैंक यू बेटा, थैंक यू। सुन के दिल गदगद हो गया। बिल्कुल थैंक यू। बहुत बातें हैं बेटा, हमारी तो लाइफ एक बुक है उनके साथ। बड़े इंसिडेंट्स, बहुत लोग हमारे साथ जाते रहे, जिनको हम ले जाते रहे, क्या क्या मिरेकल हुए, कैसे हुए, बस गुरु जी जानते हैं या हम जानते हैं। हमको तो मतलब गुरु जी के बिना कुछ दिखता ही नहीं था, तो सो हमने सब कुछ पा भी लिया। बेटियां हैं, बेटियां के बच्चे हैं, सब कुछ ठीक ठाक, उनके इन लॉज बड़े अच्छे हैं। हम कभी एक बेटी के पास, कभी दूसरी के पास, कभी तीसरी के पास अपना अच्छा टाइम व्यतीत कर रहे हैं। सो थैंक यू, आपने मेरे को बुलाया कि आप सत्संग करो। मैं भी आपका और गुरु जी का पहले बस आंटी शुक्र, सारा शुक्राना शुक्रगुजार हूँ कर रहे हैं कि आपने टाइम निकाल के हमारे साथ इतने प्यारे प्यारे अपने अनुभव शेयर किए हैं। आंटी, आपने कभी कुछ खाने का बना के गुरुजी को खिलाया था क्या? नहीं, ऐसे स्पेशल नहीं, पर जैसे वो साग बड़ा पसंद करते थे। अच्छा। हाँ, साग तो एक वो ये जो पंजाबी बड़ी होती है ना, हाँ जी, हाँ जी, आलू बड़ी हाँ जी, की
हाँ हाँ, होया कि एक बार बताते हैं। हाँ जी, हाँ जी। एक बार क्या हुआ, किसी के ना शादी थी लुधियाना में, तो गुरुजी ने वहां आना था। और मेरी ये जो बेटी हरमन है ना, जिसके पास हम रह रहे हैं, ये कैलिफोर्निया में है, हम यूनियन सिटी में रहते हैं। तो इसका बर्थडे था 3 फरवरी को। तो गुरु जी चंडीगढ़ सी, गुरु जी साहब ਨੂੰ ਕਹਿੰਦੇ ਕਿ ਬਈ ਅੱਛਾ ਉੱਥੇ ਰਿਸੈਪਸ਼ਨ ਤੇ ਪਹੁੰਚਣਾ, ਰਿਸੈਪਸ਼ਨ ਤੋਂ ਬਾਅਦ ਬਨੂ ਸਾਹਿਬ ਦੀ ਬੇਟੀ ਦਾ ਬਰਥਡੇ ਹੈ, ਉਧਰ ਚੱਲਣਾ ਹੈ। ਉਸ ਸੰਗਤ ਦੇ ਮੈਨੂੰ ਕਈਆਂ ਦੇ ਮੈਸੇਜ ਆਏ ਵੀ ਤੁਹਾਡੇ ਘਰ ਗੁਰੂ ਜੀ ਨੇ ਕਿਹਾ ਵੀ ਉੱਥੇ ਚੱਲਣਾ, 3 ਤਰੀਕ ਨੂੰ ਵੀ ਉਹਨਾਂ ਦੀ ਬੇਟੀ ਦਾ ਬਰਥਡੇ ਆ। ਤਾਂ ਮੈਨੂੰ ਪਤਾ ਸੀ, ਮੈਂ ਕੀ ਕੀਤਾ, ਕਾਫੀ ਸਾਗ ਬਣਾ ਲਿਆ ਤੇ ਬਾਕੀ ਥੋੜੀ ਜਿਹੀ ਬਰਫੀ ਸਮੋਸੇ ਇਹੋ ਜਿਹਾ ਕੁਛ ਮੰਗਾ ਲਿਆ। ਪਰ ਮੈਨੂੰ ਐ ਸੀ ਵੀ ਸੰਗਤ ਨੇ ਤਾਂ ਸ਼ਾਦੀ ਤੋਂ ਆਉਣਾ। ਫਿਰ ਰਾਤ ਨੂੰ ਕੀ ਹੋਇਆ, ਤਕਰੀਬਨ 11:30 ਵਜੇ ਗੁਰੂ ਜੀ ਤੇ ਸੰਗਤ ਦੇ 50-60 ਲੋਕ ਘਰ ਆ ਗਏ। ਘਰ ਆਏ ਤਾਂ ਇੱਕ ਮੈਡਮ ਸੀ ਉੱਥੇ ਖਾਲਸਾ ਕਾਲਜ ਲੱਗੇ ਹੋਏ ਸੀ ਲੁਧਿਆਣੇ, ਨਿਰਮਲ ਰਿਸ਼ੀ, ਉਹ ਫਿਲਮਾਂ 'ਚ ਵੀ ਕੰਮ ਕਰਦੇ ਨੇ, ਪੰਜਾਬੀ ਫਿਲਮਾਂ ਅਦਾਕਾਰਾ ਨੇ। ਉਹ ਮੈਨੂੰ ਆ ਕੇ ਕਹਿੰਦੇ ਭੈਣ ਜੀ ਬਈ ਆਪਣੇ ਆਟਾ ਕੋਈ ਗੁੰਨਿਆ ਹੋਇਆ ਹੈ। ਮੈਂ ਕਿਹਾ ਕੀ ਗੱਲ? ਕਹਿੰਦੇ ਵੀ ਮੈਂ ਤਾਂ ਉੱਥੇ ਵਿਆਹ 'ਚ ਰੋਟੀ ਨਹੀਂ ਖਾਧੀ, ਵੀ ਮੈਂ ਰੋਟੀ ਖਾਣੀ ਆ। ਮੈਂ ਕਿਹਾ ਲੈ ਭੈਣ ਜੀ, ਮੈਂ ਤਾਂ ਇੰਨਾ ਸਾਗ ਬਣਾ ਕੇ ਰੱਖਿਆ ਹੋਇਆ ਵਾ, ਵੀ ਤੁਸੀਂ ਸਾਗ ਨਾਲ ਰੋਟੀ ਖਾਓ, ਮੈਂ ਮੱਕੀ ਦੀ ਰੋਟੀ ਤੁਹਾਨੂੰ ਹੁਣ ਬਣਾ ਦਿੰਦੀ ਆ। ਉਹ ਮੈਨੂੰ ਕਹਿੰਦੇ ਵੀ ਚੱਲ ਆਪਾਂ ਮੈਂ ਜਵੈਣ ਵਾਲੀ ਪਰੌਠੀ ਬਣਾ ਕੇ ਖਾ ਲੈਂਦੇ। ਮੈਂ ਜਵੈਣ ਵਾਲੀ ਪਰੌਠੀ ਕਿਉਂ ਖਾਣੀ ਆ? ਅੱਛਾ, ਹੁਣ ਇੰਨੀ ਸੰਗਤ ਦੇ ਵਿੱਚ ਜਦੋਂ ਗੁਰੂ ਜੀ ਘਰ ਆਉਂਦੇ, ਤੁਸੀਂ ਵੀ ਬੜੇ ਐਕਸਾਈਟਡ ਹੋ ਜਾਂਦੇ ਹੋ ਨਾ। ਤਾਂ ਰਸਤੇ 'ਚ ਉਹ ਗੁਰੂ ਜੀ ਦੱਸਦੇ ਨੇ ਵੀ ਗੁਰੂ ਜੀ ਭੈਣ ਜੀ ਨੇ ਇੰਨਾ ਸਵਾਦ ਸਾਗ ਬਣਾਇਆ ਹੋਇਆ ਸੀ, ਵੀ ਮਜ਼ਾ ਹੀ ਆ ਗਿਆ, ਮੈਂ ਤਾਂ ਉੱਥੇ ਰੋਟੀ ਖਾ ਲਈ। ਹੁਣ ਜਾਂ ਤਾਂ ਮੈਨੂੰ ਉਹ ਦੱਸ ਦੇ ਵੀ ਗੁਰੂ ਜੀ ਨੇ ਉੱਥੇ ਕੁਛ ਨਹੀਂ ਖਾਧਾ ਹੈਗਾ। ਹਾਂ, ਚਾਹ ਚੂ ਜੋ ਪਿਲਾਉਣਾ ਸੀ ਉਹ ਮੈਨੂੰ ਪਤਾ ਸੀ, ਉਹ ਮੈਂ ਗੁਰੂ ਜੀ ਨੂੰ ਬਣਾ ਕੇ ਪਿਲਾ ਦਿੱਤਾ। ਤਾਂ ਚਲੋ ਮੈਂ ਨੈਕਸਟ ਡੇ ਫਿਰ ਅਸੀਂ ਗੁਰੂ ਜੀ ਕੋਲ ਚਲੇ ਗਏ। ਗੁਰੂ ਜੀ ਜਾਂਦੇ ਕਹਿੰਦੇ, ਨਾ ਭੈਣ ਜੀ ਕੀ ਗੱਲ, ਮੈਨੂੰ ਸਾਗ ਨਹੀਂ ਖਿਲਾਇਆ ਤੁਸੀਂ? ਮੈਂ ਕਿਹਾ ਹਾਏ ਗੁਰੂ ਜੀ, ਵੀ ਮੈਂ ਤਾਂ ਸੋਚਿਆ ਤੁਸੀਂ ਵਿਆਹ ਤੋਂ ਆਏ ਹੋ। ਇਸ ਤਰ੍ਹਾਂ ਦੀਆਂ ਗੱਲਾਂ ਸਾਡੀਆਂ ਚੱਲਦੀਆਂ ਰਹਿੰਦੀਆਂ ਸੀ। ਬਹੁਤ ਬਹੁਤ ਹੋਰ ਵੀ ਬਹੁਤ ਇੰਸੀਡੈਂਟ ਨੇ ਜਿਹੜੇ ਵੀ ਉਹ ਜਾਣੀ ਜਾਣ ਇੰਨੇ ਕੁ ਸੀਗੇ, ਤੁਸੀਂ ਇਮੇਜਿਨ ਨਹੀਂ ਕਰ ਸਕਦੇ। ਹਰ ਗੱਲ ਉਹ ਬੁੱਝ ਲੈਂਦੇ ਸੀ ਵੀ ਤੁਹਾਡੇ ਮਨ ਵਿੱਚ ਕੀ ਆ, ਤੁਸੀਂ ਕੀ ਚਾਹੁੰਦੇ ਹੋ, ਕੋਈ ਕਿਵੇਂ ਆ ਤੁਹਾਡੇ ਲਈ। ਜਿਵੇਂ ਜਿਹੜੇ ਘਰ 'ਚ ਅਸੀਂ ਰਹਿੰਦੇ ਸੀ ਰੈਂਟ ਤੇ, ਉਹਨਾਂ ਦਾ ਲੜਕੇ ਨੂੰ ਤਾਂ ਉਹ ਕਹਿੰਦੇ ਸੀ ਵੀ ਇਹ ਬਹੁਤ ਨੇਕ ਆ, ਉਹ ਵੀ ਇੰਡਸਟਰੀ ਡਿਪਾਰਟਮੈਂਟ 'ਚ ਸੀਗਾ ਲੱਗਿਆ ਹੋਇਆ। ਪਰ ਜਦੋਂ ਉਹਦੇ ਫਾਦਰ ਨੂੰ, ਜਦੋਂ ਗੁਰੂ ਜੀ ਨੇ ਆਉਣਾ ਉੱਪਰ, ਤਾਂ ਸਾਨੂੰ ਕਹਿਣਾ ਵੀ ਤੁਸੀਂ ਨਾ ਉੱਤੇ ਹੀ ਰਹੋ, ਥੱਲੇ ਨਾ ਆਇਓ। ਕਹਿੰਦੇ ਫਿਰ ਇਹ ਬਾਹਰ ਨਿਕਲ ਆਉਂਦਾ। ਮੈਂ ਨਹੀਂ ਕਹਿੰਦੇ ਉਹਨੂੰ ਆਪਣੇ ਮੱਥੇ ਲਾਉਣਾ ਚਾਹੁੰਦਾ। ਤਾਂ ਫਿਰ ਅਸੀਂ ਜਿਵੇਂ ਉਹਨਾਂ ਦਾ ਹੁਕਮ ਹੁੰਦਾ ਸੀ ਉਵੇਂ ਕਰਦੇ ਸੀ। ਸੋ ਇਸ ਤਰ੍ਹਾਂ ਦੀ ਲਾਈਫ ਨਿਕਲਦੀ ਰਹੀ। ਬੜਾ ਪਿਆਰ ਕਰਦੇ ਰਹੇ ਬੱਚਿਆਂ ਨਾਲ, ਤਾਂ ਖੈਰ ਬਹੁਤ ਹੀ ਪਿਆਰ ਕਰਦੇ ਸੀ। ਵੀ ਨਿੱਕੀਆਂ ਨਿੱਕੀਆਂ ਗੱਲਾਂ, ਇਹ ਹਰਮਨ ਬੇਟੀ ਨੇ ਕਹਿਣਾ ਗੁਰੂ ਜੀ ਕੀ ਫਾਸਟ ਰੱਖਣਾ ਚਾਹੀਦਾ? ਉਹਨਾਂ ਨੇ ਕਹਿਣਾ ਵੀ ਕੋਈ ਲੋੜ ਨਹੀਂ ਫਾਸਟ ਦੀ, ਤੇਰੇ ਲਈ ਕੋਈ ਚੀਜ਼ ਨਹੀਂ ਚਾਹੀਦੀ। ਇੱਕ ਦਿਨ ਇਹ ਕਹਿੰਦੀ, ਵਿੰਕਿੰਗ ਆਫ ਆਈਜ਼ ਨਹੀਂ ਹੁੰਦਾ, ਕਦੇ ਕਦੇ ਆਪਣੀ ਅੱਖ ਫੜਕਣ ਲੱਗ ਜਾਂਦੀ ਆ ਵੀ ਸੱਜੀ ਚੰਗੀ ਕਿ ਖੱਬੀ ਚੰਗੀ। ਗੁਰੂ ਜੀ ਨੂੰ ਕਹਿੰਦੀ, ਗੁਰੂ ਜੀ ਅੱਖ ਸੱਜੀ ਫੜਕਣੀ ਚੰਗੀ ਹੁੰਦੀ ਹੈ ਕਿ ਖੱਬੀ? ਉਹ ਕਹਿੰਦੇ ਤੇਰੇ ਲਈ ਦੋਨੋਂ ਹੀ ਚੰਗੀਆਂ ਨੇ।
ਸੋ ਇਸ ਤਰ੍ਹਾਂ ਬਾਕੀ ਗੁਰੂ ਜੀ ਨੂੰ ਇੱਕ ਲੰਬੇ ਲੰਬੇ ਪਕੌੜੇ ਹੁੰਦੇ ਬੇਸਨ ਦੇ ਬਣੇ ਹੋਏ, ਉਹਨਾਂ ਦੀ ਸਬਜ਼ੀ ਪਸੰਦ ਹੁੰਦੀ ਸੀ, ਤੇ ਸਾਗ ਸਾਗ ਬਹੁਤ ਪਸੰਦ ਹੁੰਦਾ ਸੀ, ਮੱਕੀ ਦੀ ਰੋਟੀ ਤੇ ਸਾਗ। ਚਲੋ ਨਮਸਕਾਰ ਜੀ, ਫਿਰ ਇੱਕ ਵਾਰੀ ਬਹੁਤ ਬਹੁਤ ਸ਼ੁਕਰੀਆ।